सारी सृष्टि को संभालने वाला, रोटी देने वाला, सहारा देने वाला, सब प्राणी सत्य मेरे पर्यावरण जो अमृत वेले पाँच बाणियों दे दान उपरांत आस्था की दीवार का अनुदस की भगत तेरे मन भावन दे दर सोहन कीरत गावने नानक कर्मा बाहरे दर ढो न लहणी धाम दे एक मूल न बुझने अपना अणहोंदा आप बिनाए दे दर मंगन टेक न पाए ਜਿਹਦੇ ਉੱਤੇ ਉਸ ਅਕਾਲ ਪੁਰਖ ਦੀ ਖੁਸ਼ੀ ਹੈ, ਨਦਰ ਕਨੇਰੀ ਹੈ, ਉਹ ਹੀ ਕਿਸੇ ਤੋਂ ਸਲਾਹ ਕਰ ਸਕਦਾ ਹੈ, ਦੂਜਾ ਨਹੀਂ ਕਰ ਸਕਦਾ। ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਆਓ ਉਸ ਵਰਸਾਂ ਦੀ ਪੂੰਜੀ ਨੂੰ ਸਫਲਾ ਕਰੀਏ।
ਵਾਹਿਗੁਰੂ 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 ਸੱਚੇ ਪਾਤਸ਼ਾਹ ਕਾਲ ਪੁਰਖ ਹਰੀ ਪਰਮੇਸ਼ਰ ਰਹਿਮਤ ਕਰਦੇ ਹਨ। ਤੁਧ ਚਿਤ ਆਵੈ ਮਹਾ ਆਨੰਦਾ, ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਕਰਨਾ, ਰਹਿਮਤ ਕਰਨਾ, ਉਹੀ ਰੂਹਾਂ ਉਹਦੇ ਕੋਲ ਬਹਿ ਸਕਦੀਆਂ, ਉਹਨੂੰ ਯਾਦ ਕਰ ਸਕਦੀਆਂ ਹਨ। ਆਓ ਪਿਆਰਿਓ, ਲੜੀਵਾਰ ਕਥਾ 23 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਾ ਜੀ ਦੇ ਪਾਵਨ ਪਵਿੱਤਰ ਸ੍ਰੀ ਰਾਗ ਦੇ ਪ੍ਰੇਮ ਦੇ ਨਾਲ ਪੜ੍ਹਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ। ਸ੍ਰੀ ਰਾਗ ਪਹਿਲਾ ਰਾਗ। ਧਨ ਜੋਬਨ ਅਰ ਫੁੱਲੜਾ ਨਟੀੜੇ ਦਿਨ ਚਾਰ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਪ੍ਰੇਮ ਨਾਲ ਚੱਲੋ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੀਜੇ ਵਾਹਿਗੁਰੂ ਦੂਜੇ ਘਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਤਰਸ ਕੀਤਾ। ਮਹਾਰਾਜ ਇੰਨੀ ਬਾਣੀ ਵੇਖ, ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਬਚਾਉਣ ਵਾਸਤੇ, ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ, ਆਪਾਂ ਤਾਂ ਪੜ੍ਹਨ ਲੱਗੇ ਹੀ ਕਿੰਨੇ ਪਰੇਸ਼ਾਨ ਹੋਈਦਾ ਤੇ ਸੁਣਨ ਲੱਗੇ ਕਿੰਨੇ ਪਰੇਸ਼ਾਨ ਹੋ ਜਾਈਦਾ ਵੀ ਜ਼ਿਆਦਾ ਚਿਰ ਬਹਿਣਾ। ਤੇ ਜਿਹਨੇ ਉਚਾਰੀ ਇੱਕ ਐਸੀ ਆਤਮਾ ਹੋਵੇ, ਖੁਦ ਸਾਖਸ਼ਾਤ ਪ੍ਰਮਾਤਮਾ ਹੀ ਸੀ। ਹੁਣ ਜਿੱਦਾਂ ਕਈ ਪ੍ਰਚਾਰਕ ਕਹਿਣਗੇ ਜੀ, ਕਹਿੰਦੇ ਗੁਰੂ ਤੁਹਾਡੇ ਵਰਗੇ ਸੀ। ਮੈਂ ਤਾਂ ਨਹੀਂ ਮੰਨਦਾ, ਤੁਸੀਂ ਮੰਨ ਲਓਗੇ? ਕਹਿੰਦੇ ਗੁਰੂ ਤੁਹਾਡੇ ਵਰਗੇ ਆਮ ਹੀ ਸੀ। ਜੇ ਗੁਰੂ ਆਮ ਸੀ ਤੇ ਫਿਰ ਤੱਤੀ ਤਵੀ ਤੇ ਬਹਿ ਕੇ ਵਿਖਾਓ। ਇੱਕ ਬੋਲ ਰਿਹਾ ਸੀ, ਤੁਸੀਂ ਸਾਰੇ ਜਾਣਦੇ ਹੋ, ਕਹਿੰਦਾ ਜੀ ਗੁਰੂ ਆਮ ਸੀ, ਸਾਦੇ ਜੀਵਨ ਸੀ ਆਪਣੇ ਵਰਗੇ। ਜੇ ਗੁਰੂ ਆਮ ਹੁੰਦਾ ਨਾ ਤੇ ਚਾਂਦਨੀ ਚੌਂਕ ਦੇ ਵਿੱਚ ਤੂੰ ਸਿਰ ਲਵਾ ਕੇ ਵਿਖਾ। ਤੂੰ ਤੇ 150 ਬੰਦਾ ਨਾਲ ਲਈ ਫਿਰਦਾ, ਬਾਥਰੂਮ ਜਾਂਦਾ ਵੀ ਨਾਲ ਗਨਮੈਨ, ਇਸ਼ਨਾਨ ਕਰਨ ਲੱਗਿਆ ਵੀ ਬਾਹਰ ਬਾਥਰੂਮ ਦੇ ਗਨਮੈਨ, ਤੇ ਗੱਲਾਂ ਗੁਰੂਆਂ ਦੀਆਂ, ਗੱਲਾਂ ਬਾਦਸ਼ਾਹਾਂ ਦੀਆਂ। ਇਹ ਆਮ ਬੰਦੇ ਸੀ, ਆਮ ਨਹੀਂ ਸੀ ਉਹ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਮੇਸ਼ਰ ਸੀ। ਬੁੱਧੀ ਨੂੰ ਕੀ ਹੋ ਗਿਆ ਸਾਡੀ? ਆਮ ਹੁੰਦੇ ਤੇ ਇੰਨੇ ਅਲੌਕਿਕ ਬਚਨ ਕਿੱਥੋਂ ਉਚਾਰੇ ਜਾਂਦੇ? ਇਹ ਰੂਹਾਨੀਅਤ ਦੀ ਬਾਣੀ ਕਿੱਥੋਂ ਉਤਰਦੀ? ਮੂਰਖ ਹਾਂ ਬਾਬਾ, ਮੂਰਖ ਹਾਂ, ਨਾਵੇ ਬਲ ਜਾਓ। ਮਹਾਰਾਜ ਮੈਨੂੰ ਬਖਸ਼ ਲਈ, ਮੇਰੀ ਬੁੱਧੀ ਛੋਟੀ ਹੈ। ਕਿਰਪਾ ਕਰਦੇ ਹਨ। ਧਨ ਜੋਬਨ ਅਰ ਫੁੱਲੜਾ। ਧਨ ਕਹਿੰਦੇ ਹਨ ਤੇਰੀ ਸੰਪਤੀ, ਜਿੰਨੀ ਵੀ ਜਾਇਦਾਦ ਤੇਰੀ ਹੁਣ ਤੱਕ ਤੂੰ ਜੋੜੀ ਹੈ,
ਤੇ ਜੋਬਨ ਕਹਿੰਦੇ ਤੇਰੀ ਜਵਾਨੀ, ਤੇ ਫੁੱਲੜਾ ਆਖਿਆ ਫੁੱਲ ਨੂੰ। ਤਿੰਨ ਚੀਜ਼ਾਂ ਦੀ ਉਦਾਹਰਨ ਦਿੱਤੀ ਜੀ, ਤੇਰੀ ਕੀਤੀ ਇਕੱਠੀ ਹੋਈ ਮਾਇਆ, ਤੇ ਤੇਰੀ ਜਵਾਨੀ, ਤੇ ਬਾਗ ਦੇ ਵਿੱਚ ਖਿੜਿਆ ਹੋਇਆ ਫੁੱਲ। ਇਹ ਤਿੰਨਾਂ ਦੀ ਕੀ ਬੁਨਿਆਦ ਹੈ? ਕਹਿੰਦੇ ਨਾਠੀ ਅੜੇ ਦਿਨ 4। ਕਹਿੰਦੇ ਪ੍ਰਾਹੁਣੇ ਆਏ 4 ਦਿਨਾਂ ਦੇ। ਨਾਠੀ ਅੜੇ ਦਾ ਤੇ ਪ੍ਰਾਹੁਣਾ, ਕਹਿੰਦੇ 4 ਦਿਨਾਂ ਦੇ ਪ੍ਰਾਹੁਣੇ ਆ। ਕੌਣ? ਤੇਰੀ ਮਾਇਆ, ਤੇ ਤੇਰੀ ਜਵਾਨੀ, ਤੇ ਬਾਗ ਦਾ ਫੁੱਲ। ਤੇ ਸੱਚਾਈ ਹੈ, ਬੰਦਾ 70 ਸਾਲ ਦੇ ਵਿੱਚ ਇਕੱਠੀ ਕਰਦਾ ਤੇ ਛੱਡ ਕੇ ਚਲ ਜਾਂਦਾ। ਤੇ ਕਈ ਵਾਰੀ ਹੋ ਸਕਦਾ ਜਦੋਂ ਬੰਦਾ ਮਰਦਾ ਕਈਆਂ ਤੋਂ ਲੈਣੇ ਹੁੰਦੇ, ਮੁੜ ਕੇ ਮੁੱਕਰ ਜਾਂਦੇ। ਮੇਰਾ ਕੋਈ ਮਿੱਤਰ ਸੀ, ਬਹੁਤ ਦਿਲ ਦਾ ਅੱਛਾ। ਉਹਨੇ ਕਿਸੇ ਨੂੰ 2 ਲੱਖ ਦਿੱਤਾ, ਕਿਸੇ ਨੂੰ 4 ਦਿੱਤਾ, ਕਿਸੇ ਨੂੰ 50,000 ਦਿੱਤਾ। ਮੋੜਨਾ ਨਾ ਕੰਮ ਸੋਹਣਾ ਸੀ। ਤੇ ਜਦੋਂ ਉਹਦੀ ਡੈਥ ਹੋ ਗਈ ਨਾ, ਉਹਦੇ ਛੋਟੇ ਛੋਟੇ 2 ਗੁੜੀਆਂ, 1 ਬੇਟਾ ਤੇ 1 ਸਿੰਘਣੀ। ਤੇ ਸਾਡੇ ਅੱਖਾਂ ਦੇ ਸਾਹਮਣੇ ਵੇਖਿਆ ਕਿਸੇ ਨੇ ਪੰਜੀ ਨਹੀਂ ਦਿੱਤੀ। ਕੋਈ ਜਿਹਦੇ ਵੱਲ ਵੀ ਜਾਣ ਕਹਿੰਦੇ ਅਸੀਂ ਤੇ ਦੇ ਗਏ ਸੀ। ਫਿਰ ਰੱਬ ਦੇ ਘਰ ਤੇ ਨਿਆਂ ਗਏ। ਉਹ ਕਹਿੰਦੇ ਵੀ ਭਾਜੀ ਨੇ ਗੱਲ ਤੇ ਕੀਤੀ ਨਹੀਂ। ਕਹਿੰਦੇ ਨਹੀਂ, ਫਿਰ ਤੁਹਾਡੇ ਨਾਲ ਨਾ ਗੱਲ ਕੀਤੀ, ਉਹ ਮੈਂ ਤੇ 10 ਦਿਨ ਪਹਿਲਾਂ ਦੇ ਕੇ ਗਿਆ। ਹੁਣ ਮਰੇ ਦਾ ਤੇ ਮੁੱਕਰੇ ਦਾ ਦੁਨੀਆ ਏਦਾਂ। ਤੇ ਬਾਪੂ ਨੇ ਪਹਿਲਾਂ ਹੀ ਕਿਹਾ, ਕਹਿੰਦੇ ਧਨ ਜੋਬਨ ਅਰ ਫੁੱਲੜਾ, ਤੇਰੀ ਜਾਇਦਾਦ ਜਵਾਨੀ ਤੇ ਬਾਗ ਦਾ ਫੁੱਲ। ਇਹ ਤਿੰਨੇ ਚੀਜ਼ਾਂ 4 ਦਿਨਾਂ ਦੇ ਪ੍ਰਾਹੁਣੇ ਆ। ਮੈਂ ਕੱਲ ਫੁੱਲ ਖਿੜਿਆ ਵੇਖਿਆ ਇੱਕ, ਤੇ ਹੁਣ ਮੈਂ ਉੱਥੇ ਪਾਰਕ 'ਚ ਲੰਘਿਆ ਤੇ ਉਹ ਹੈ ਨਹੀਂ ਸੀ। ਆਪਾਂ ਕੱਲ ਕਿਸੇ ਨੂੰ ਮਿਲੇ ਆ, ਰਾਤੀ ਪਤਾ ਲੱਗਾ ਉਹ ਭਾਈ ਸਾਹਿਬ ਚੜ੍ਹਾਈ ਕਰਕੇ ਟੁੱਟ ਗਿਆ। ਮਹਾਰਾਜ ਦੀ ਬਾਣੀ ਵੇਖੋ ਕਿੰਨੀ ਮਿੱਠੀ ਹੈ ਤੇ ਕਿੱਦਾਂ ਅੰਦਰ ਨੂੰ ਧੂਪ ਆਉਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਰਵਾਉਂਦੀ ਵੀ ਹੈ, ਦਿਲ ਨੂੰ ਖਿੱਚ ਪਾਉਂਦੀ ਜੇ ਕੋਈ ਧਿਆਨ ਨਾ ਸੁਣੇ। ਮਹਾਰਾਜ ਕਹਿੰਦੇ ਪ੍ਰਾਹੁਣੇ ਆ ਪ੍ਰਾਹੁਣੇ। ਆਪਾਂ ਕਹਿੰਦੇ ਨਹੀਂ ਕੱਲ ਤੁਹਾਡੇ ਘਰ ਰਿਸ਼ਤੇਦਾਰ ਤੁਸੀਂ ਆਖਿਆ ਉਹ ਤੇ ਚਲੇ ਗਏ ਭਾਈ, ਝੱਟ ਦੀ ਝੱਟ ਹੀ ਆਏ। ਤਾਂ ਸ਼ਬਦ ਚੁਣਿਆ ਨਾਠੀ ਅੜੇ, ਪ੍ਰਾਹੁਣੇ ਸ਼ਬਦ। ਪ੍ਰਾਹੁਣਾ ਜਿਹੜਾ ਉਹ ਜ਼ਿਆਦਾ ਚਿਰ ਨਹੀਂ ਨਾ ਰਹਿੰਦਾ ਹੈ ਨਾ, ਕੋਈ 10-5 ਦਿਨ 2 ਦਿਨ ਰਹੂ। ਮਹਾਰਾਜ ਨੇ ਆਪਾਂ ਨੂੰ ਆਖਿਆ ਤੁਸੀਂ ਸਾਰੇ ਕੀ ਆ? ਪ੍ਰਾਹੁਣੇ। ਤੇ ਪ੍ਰਾਹੁਣੇ ਨੂੰ ਜਾਣਾ ਪੈਣਾ। ਸੋਹਣਿਆਂ ਫੁੱਲਾਂ ਛੱਡਣੀ ਟਹਿਣੀ, ਇਹ ਨਹੀਂ ਡੋਸ ਇਸ ਤਰ੍ਹਾਂ ਰਹਿਣੀ। ਇੱਕ ਦਿਨ ਝਪਟ ਮੌਤ ਦੀ ਪੈਣੀ, ਮੁਖੜਾ ਕੱਜਣਾ ਪੈ ਜਾਊਗਾ। ਦੁਨੀਆ ਚੰਦ ਰੋਜ਼ ਦਾ ਮੇਲਾ, ਇੱਕ ਦਿਨ ਛੱਡਣਾ ਪੈ। ਜਦੋਂ ਇੱਦਾਂ ਜੇ ਵੇਖੀਦਾ ਨਾ, ਇੱਕ ਦਿਨ ਮੈਂ ਬੈਠਾ ਤੇ ਉਹਦੀ ਕਿਸੇ ਦੀ ਅਰਦਾਸ ਕਰਨ ਗਿਆ ਮੜੀਆਂ, ਤੇ ਆਪਾਂ ਸਾਰੇ ਜਾਣੇ। ਤੇ ਉਹ ਜਦੋਂ ਅੱਗ ਲਾਈ ਤੇ ਮੈਂ ਗੌਰ ਨਾਲ ਆਪਣੇ ਅੰਦਰ ਹੀ ਝਾਤੀ ਮਾਰੀ। ਮੈਂ ਕਿਹਾ ਮਣਾ ਇੱਕ ਦਿਨ ਆਪਾਂ ਵੀ ਪੈਣਾ ਇੱਥੇ, ਇੱਕ ਦਿਨ ਆਪਾਂ ਵੀ ਪੈਣਾ। ਤੇ ਸੱਚ ਜਾਣਿਓ ਛੇਤੀ ਛੇਤੀ ਗੁਰਦੁਆਰੇ ਆ ਕੇ ਤੇ ਮਹਾਰਾਜ ਦੇ ਅੱਗੇ ਅਰਦਾਸ ਕੀਤੀ। ਮਹਾਰਾਜ ਕਈ ਵਾਰੀ ਤੇਰੇ ਨਾਲ ਗੁੱਸੇ ਹੋ ਜਾਈਦਾ ਵੀ ਛੱਡ ਦੇਣੀ ਡਿਊਟੀ ਗ੍ਰੰਥੀ ਦੀ, ਇਹਦੇ 'ਚ ਕੁਛ ਨਹੀਂ ਹੈ। ਲੋਕੀ ਸਤਿਕਾਰ ਨਹੀਂ ਕਰਦੇ, ਬੇਇੱਜ਼ਤੀ ਕਰਦੇ ਆ, ਪ੍ਰਬੰਧਕ ਵੀ ਬਹੁਤਾ ਖਿਆਲ ਨਹੀਂ ਕਰਦੇ। ਤੇ ਜਦੋਂ ਉੱਥੇ ਵੇਖਿਆ ਆਖਿਆ ਮਹਾਰਾਜ ਕੁਛ ਨਹੀਂ ਲੈਣਾ, ਤਾਂ ਛੰਦ ਦੂਰ ਨਾ ਕਰੀ। ਭਲੇ ਹੋਏ ਨਿਭਾਣੇ ਨਾ ਅੰਮ੍ਰਿਤ ਵੇਲੇ ਉੱਠੀਦਾ, ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰਦੇ। ਜੇ ਕਿਤੇ ਇਹ ਨਾ ਹੋਵੇ ਤੇ ਆਪਾਂ ਤੇ ਗੁਰਦੁਆਰੇ ਵੜਨਾ ਹੀ ਨਹੀਂ। ਆਪਾਂ ਧੰਦਿਆਂ 'ਚ ਸੱਚ ਹੈ। ਫਿਰ ਮਾਫੀ ਮੰਗੀ, ਮਹਾਰਾਜ ਮੈਨੂੰ ਮਾਫ ਕਰੀ, ਮੈਂ ਤੇ ਗੁੱਸੇ 'ਚ ਕਹਿ ਬੈਠਾ ਵੀ ਮੈਂ ਤੇ ਤੈਨੂੰ ਛੱਡ ਹੀ ਜਾਣਾ। ਤੇ ਮਹਾਰਾਜ ਨੂੰ ਛੱਡਿਆ ਗੁਜ਼ਾਰਾ ਨਹੀਂ। ਹਜ਼ੂਰ ਕਹਿੰਦੇ ਮਰਦਾਨਿਆਂ ਧਨ ਕੀਤਾ ਹੋਇਆ ਇਕੱਠਾ, ਹਾਂਜੀ, ਤੇ ਜੋਬਨ ਤੇ ਬਾਗ ਦਾ ਫੁੱਲ, ਇਹ 4 ਦਿਨਾਂ ਦੇ ਪ੍ਰਾਹੁਣੇ ਹਨ। ਪੱਪਣ ਕੇਰੇ ਪਤ ਜੋ ਢਲ ਢੋਲ ਜੁੰਮਣ ਹਾਰ। ਸ਼ਾਬਾਸ਼। ਪ੍ਰੇਮ ਨਾਲ ਬਸ ਇੱਕ ਸ਼ਬਦ ਨਾ ਭਰ ਕੇ ਨੰਦ ਨਾ, ਮਹਾਰਾਜ ਨੇ ਨੰਦ ਹੀ ਦੇਣੇ ਆ। ਪੱਬਣ ਕੇਰੇ ਪਤ ਜਿਉ
ਢਲ ਢੁੱਲ ਜੁੰਮਣ ਹਾਰ। ਕੀ ਹੋਇਆ? ਕਹਿੰਦੇ ਪੱਬਣ ਕਹਿੰਦੇ ਆ ਪਾਣੀ ਦੇ ਕੰਢੇ, ਤੇ ਪੱਤ ਕਹਿੰਦੇ ਪੱਤਿਆਂ ਨੂੰ। ਹਾਂਜੀ, ਢੁੱਲ ਢੁੱਲ ਢਲ ਢੁੱਲ ਕਹਿੰਦੇ ਕੁਮਲਾ ਜਾਣਾ। ਕਹਿੰਦੇ ਜਿਹੜੇ ਪਾਣੀ ਦੇ ਕੰਢੇ ਤੇ ਬੂਟੀ ਹੁੰਦੀ ਨਾ, ਉਹ ਉਨਾ ਚਿਰ ਹਰੀ ਹੁੰਦੀ ਜਿੰਨਾ ਚਿਰ ਉਹਦੀਆਂ ਜੜ੍ਹਾਂ 'ਚ, ਬੋਲੋ ਜੀ, ਪਾਣੀ ਹੈ। ਜਦੋਂ ਦਰਿਆ ਲੈ ਜਾਂਦਾ, ਤੁਸੀਂ ਵੇਖੀ ਉਹ ਹਰੀ ਜੀ ਬੂਟੀ ਹੁੰਦੀ, ਮੈਂ ਤਾਂ ਵੇਖੀ ਮੇਰੇ ਲਾਗੇ ਦਰਿਆ, ਉਹ ਜਦੋਂ ਉਹਦੀਆਂ ਜੜ੍ਹਾਂ 'ਚ ਪਾਣੀ ਹੁੰਦਾ ਤੇ ਉਹ ਹਰੀ ਹੁੰਦੀ ਪਾਣੀ ਦੇ ਉੱਤੇ। ਜਦੋਂ ਫਿਰ ਪਾਣੀ ਘਟ ਜਾਂਦਾ, ਦਰਿਆ ਪਿੱਛੇ ਮੁੜ ਜਾਂਦਾ, ਤੇ ਉਹ ਬੂਟੀ ਜਿਹੜੀ ਉਹ ਪੀਲੇ ਰੰਗ ਦੀ ਹੋ ਜਾਂਦੀ, ਖੱਟੀ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਪੱਬਣ ਕੇਰੇ ਪੱਤ ਜਿਉ, ਕਹਿੰਦੇ ਜਿੱਦਾਂ ਪਾਣੀ ਦੇ ਕੰਢੇ ਬੂਟੀ ਪਾਣੀ ਸੀ ਤੇ ਹਰੀ ਸੀ, ਪਾਣੀ ਸੁੱਕ ਗਿਆ ਪੀਲੀ ਹੋ ਗਈ। ਆ ਜਿਹੜਾ ਤੇਰਾ ਗੋਰਾ ਜਿਹਾ ਮੂੰਹ ਹੈ ਨਾ, ਲਾਲੀ ਛੱਡਦਾ, ਜਦੋਂ ਸਵਾਸਾਂ ਦਾ ਪਾਣੀ ਸੁੱਕ ਗਿਆ ਇਹਨੇ ਪੀਲਾ ਹੋ। ਆਪਾਂ ਆਮ ਹੀ ਮਰਗ ਤੇ ਜਾਈਦਾ ਨਾ, ਮੁਰਦੇ ਦਾ ਮੂੰਹ ਚੱਕ ਕੇ ਵੇਖੀਦਾ ਤੇ ਪੀਲਾ ਹੋਇਆ ਹੁੰਦਾ। ਹਾਂਜੀ, ਹੱਥ ਪੈਰ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਪਾਣੀ ਉਤਰਨਾ, ਬੂਟੀ ਜਿਹੜੀ ਉਹ ਪੀਲੀ ਹੋ ਕੇ ਸੁੱਕ ਗਈ। ਜਿੱਦਣ ਤੇਰੇ ਸਵਾਸਾਂ ਰੂਪੀ ਪਾਣੀ ਖਤਮ ਹੋ ਗਿਆ, ਸੁੱਕ ਜਾਵੇਂਗਾ। ਰੰਗ ਮਾਨ ਲੈ ਪਿਆਰਿਆ, ਜਾਂ ਜੋਬਨ ਨੌ ਖੁੱਲਾ। ਕੁਝ ਰੂਹਾਂ ਨੇ ਵੀ ਲਿਖਿਆ ਵੀ ਇਹ ਜਿਹੜਾ ਸ਼ਬਦ ਆ ਨਾ, ਇਹ ਜਦੋਂ ਕੁਰਮ ਦਰਿਆ ਦੇ ਕੰਢੇ ਭਾਈ ਮਰਦਾਨੇ ਦਾ ਅੰਤਲਾ ਸਮਾਂ ਆਇਆ ਸੀ ਨਾ, ਤੇ ਉੱਥੇ ਵਿਦਵਾਨਾਂ ਨੇ ਲਿਖਿਆ ਸੀ ਵੀ ਖਰਬੂਜਾ ਮਿਲਿਆ ਮਰਦਾਨੇ ਨੂੰ, ਤੇ ਮਰਦਾਨਾ ਖਰਬੂਜਾ ਧੋ ਕੇ ਲਿਆਇਆ ਸਾਫ਼ ਕਰਕੇ, ਤੇ ਬਾਪੂ ਨਾਨਕ ਜੀ ਨੂੰ ਮਹਾਰਾਜ ਕਹਿੰਦਾ, ਮਰਦਾਨਾ ਕਹਿੰਦਾ ਵੀ ਬਾਬਾ ਛਕਣਾ ਹੀ। ਤੇ ਮਰਦਾਨਾ ਨੂੰ ਮਹਾਰਾਜ ਕਹਿੰਦੇ ਨਹੀਂ ਤੂੰ ਛਕ ਲਾ। ਕਿਨੇ ਮਰਦਾਨਾ ਖਰਬੂਜਾ ਛਕ ਰਿਹਾ, ਹੌਲੀ ਹੌਲੀ ਛਕਦਾ, ਤੇ ਜਦੋਂ ਛਕੀ ਜਾਂਦਾ ਅੱਧਾ ਕੁ ਛਕਿਆ ਗਿਆ, ਤੇ ਕਹਿੰਦੇ ਬਾਬਾ ਲੈਣਾ ਵਾ ਜੀ ਕਰਦਾ ਹੀ, ਅਜੇ ਮੌਕਾ ਹੀ, ਮੁੜ ਕੇ ਨਾ ਆਖੀ ਮੁੱਕ ਗਿਆ, ਅਜੇ ਮੌਕਾ ਹੀ, ਛਕ ਲੈ। ਤੇ ਮੇਰੇ ਸਾਹਿਬ ਨੇ ਹੱਸ ਕੇ ਆਖਿਆ, ਮਰਦਾਨਿਆ ਤੁਸਾਂ ਆਪਣੇ ਹਿੱਸੇ ਦਾ ਖਾਵਣਾ ਹੀ, ਅਸਾਂ ਆਪਣੇ ਹਿੱਸੇ ਦਾ ਖਾਵਣਾ ਹੀ। ਤੂੰ ਕਹਿੰਦਾ ਮੁੱਕ ਜਾਣਾ, ਤੁਸਾਂ ਆਪਣੇ ਹਿੱਸੇ ਦਾ ਮੁਕਾਵਣਾ ਹੀ, ਤੇ ਅਸੀਂ ਆਪਣੇ ਹਿੱਸੇ ਦਾ ਮੁਕਾਵਣਾ। ਮਹਾਰਾਜ ਨੇ ਰਮਜ ਖੇਡਤੀ ਵੀ ਖਰਬੂਜਾ ਖਾਣ ਦੀ ਦੇਰ ਹੈ। ਕਹਿੰਦੇ ਤੁਸਾਂ ਆਪਣੇ ਹਿੱਸੇ ਦਾ ਮੁਕਾਵਣਾ ਹੀ, ਕਿ ਜਾਣੀ ਤੇਰੇ ਹਿੱਸੇ ਦਾ ਦਾਣਾ ਪਾਣੀ ਅੱਜ ਬੋਲੋ ਸੰਗਤੇ ਗਿਆ। ਮਰਦਾਨਾ ਤਾਂ ਸਹਿ ਸੁਭਾਅ ਰਹਿੰਦਾ ਸੀ ਉਹ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਤੇ ਭੁੱਖ ਲੱਗੀ ਤੇ ਖਰਬੂਜੇ ਹੋਣਗੇ, ਕਿਤੇ ਇਹੋ ਹੀ ਰੁੱਤ ਹੋਣੀ ਆ, ਤੇ ਮਰਦਾਨਾ ਧੋ ਧਾ ਕੇ ਖਾਵੇ। ਮਹਾਰਾਜ ਨੂੰ ਕਹਿੰਦਾ ਛਕ ਲਾ ਥੋੜਾ। ਮਹਾਰਾਜ ਕਹਿੰਦੇ ਪ੍ਰਸੰਨ, ਤੇ ਆਦਤ ਆਪਣੀ, ਮਤਲਬ ਆਪਾਂ ਚੀਜ਼ ਖਾਈਏ ਤੇ ਨਾਲੇ ਕਹਿ ਦੇਣਾ ਜੀ ਤੇ ਕਰਦਾ ਤੇਰਾ, ਤੂੰ ਮੇਰੇ ਵੱਲ ਵਾਰ-ਵਾਰ ਵੇਖਣਾ ਏ, ਤੇਰਾ ਜੀ ਕਰਦਾ ਏ, ਤੇ ਅਜੇ ਵੀ ਮੌਕਾ ਏ ਨਾਨਕਾ, ਖਰਬੂਜਾ ਮੁੱਕ ਜਾਵਣਾ ਏ। ਮਹਾਰਾਜ ਹੱਸ ਕੇ ਕਹਿੰਦੇ ਤੁਸਾਂ ਆਪਣੇ ਹਿੱਸੇ ਦਾ ਖਾਵਣਾ ਏ, ਅਸਾਂ ਆਪਣੇ ਹਿੱਸੇ ਦਾ ਖਾਵਣਾ ਏ, ਓਏ ਤੁਸਾਂ ਆਪਣੇ ਹਿੱਸੇ ਦਾ ਮੁਕਾਵਣਾ ਏ। ਸਾਨੂੰ ਨਹੀਂ ਖਤਰਾ ਤੇਰਾ ਖਰਬੂਜਾ ਮੁੱਕ ਜੇ, ਤੇਰੇ ਹਿੱਸੇ ਦਾ ਮੁੱਕ ਜਾਣਾ। ਯਾਨੀ ਮਹਾਰਾਜ ਨੇ ਇਸ਼ਾਰਾ ਕਰਤਾ ਵੀ ਤੇਰਾ ਅੱਜ ਬਸ। ਕਹਿੰਦੇ ਖਰਬੂਜਾ ਖਾ ਕੇ ਹੱਥ ਧੋ ਕੇ ਥੋੜਾ ਜਿਹਾ ਜਲ ਛਕਿਆ ਤੇ ਦਰਦ ਉੱਠੀ, ਮਰਦਾਨਾ ਲੇਟਣ ਲੱਗ ਪਿਆ ਦਰਦ ਨਾਲ। ਹਜ਼ੂਰ ਪਾਤਸ਼ਾਹ ਮਹਾਰਾਜ ਨੇ ਗੋਦੀ 'ਚ ਪਾ ਲਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ ਅਸਾਂ ਤੁਸਾਂ ਦੀ ਭਲੀ ਨਿਭੀ, ਅੱਜ ਅਸਾਂ ਤੁਸਾਂ ਦਾ ਵਿਛੋੜਾ ਹੈ। ਮਹਾਰਾਜ ਇਹ ਕੀ ਕਹੀ ਜਾਂਦੇ? ਪਾਤਸ਼ਾਹ ਕਹਿੰਦੇ ਹਾਂ ਮਰਦਾਨਿਆ, ਅੱਜ ਤੇਰਾ ਤੇ ਮੇਰਾ ਵਿਛੋੜਾ ਪੈਣ ਲੱਗਾ। ਹੁਣ ਤੇਰੀ ਜਿਹੜੀ 10 ਸਵਾਸ ਨੇ, 10 ਗਿਣਤੀ ਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਆਖਿਆ
पातशाह कहन लगे मर्दानिया 10 सवास है ते तू 52 साल कीर्तन कीता है, साडे तो काहे मंगिया नहीं, अज दस तू सानू की देसी। हुण सवास 10 मिनट जी लंघ जाने, 1 मिनट च किन्ने सवास आउंदे आ को सत इन्ना क मन्निया वा भी 1000 सवास जिहड़ा वा ना 1 घंटे का, 1 घंटे च किन्ने मिनट हुंदे 60 ते 60 नूं 1000 जिहड़ा किन्ना गाऊगा आखो सतनाम। उस हिसाब नाल हिसाब ला लिओ, मैं भी थोड़ा जिहा चाह चू नहीं पीती आखो सतनाम। हाँ जी 90 100 के करीब, यानी कि महाराज सच्चे पातशाह ने आख्या भलिया तेरे कोल 10 मिनट रह गए जां 10 सवास इस तरह सी बचो, इन्ने चिर च मंग ला की मंगना ही। ते मर्दाने ने आख्या साहिबा काए मंगण दी आस लाई, बस मैनू अपने चरनां च थां दे दे। ते महाराज कहंदे सारी जिंदगी साडे नाल कीर्तन करदा रहा, ते जे हुण मंगण नूं किहा वा ते चरनां च थां, चरनां च की है नेत्रां च जाल आ गया। महाराज ने अपने पट दे उत्ते मर्दाने दा सिर रखिया। हजूर पातशाह महाराज कहंदे मर्दानिया की है साडे चरनां च, कहंदे पातशाह जिवें समुंदर दे विच बेड़ी है ना, तू सृष्टि दा मालक है, आ संसार तेरे चरनां च बेड़ी वांगू तरदा फिरदा, तेरा जी करे ते ठेडा ला के बन्ने ला दे, तेरा जी करे ते निवाण नूं लै जाए, तेरा जी करे ते चढ़दे नूं लै जाए, तेरा जी करे ते विचे घुमाई फिरे। ये शब्द डूंघे आ। कईयां दी बेड़ी नूं रब अट्टा ला के बन्ने लांदा, गुड्डियां चढ़ जांदियां, ते कईयां दी बेड़ी चढ़ी हुंदी ते रोड़ के थल्ले ले आउंदा, भाव ਜਿਹੜੇ किते सोने दीयां कुर्सियां ते बैठे आ जेलां 'ਚ। हाँ जी, ते किसे दी बेड़ी नूं घेरू 'ਚ पा दिंदा, कप्पर 'ਚ पा दिंदा, भाव कई रूहां इदां दीयां सारी जिंदगी विचारे इसे चीज़ ही लांघी भी दिन मुड़नगे कि नहीं मुड़नगे, मिलूगा कि नहीं मिलूगा, ते उत्थे ही मौत। कहने महाराज तुसी समुंदरों संसार बेड़ी है, ते बेड़ी च कौन बैठा आपां सारे, ते वो बेड़ी इदां डोले खांदी है। सच दस्यो सारे जने डोले पे जे ना, मैं तो डोलिया पिया, सीधी गल आपां तां झूठ नहीं मारते। गुरु साहब सामने बैठे आ, कदे मन कुछ सोचन लग पैंदा, कदे कुछ सोचन लग पैंदा, कई बारी हस लईदा थोड़ा जिहा, कई बारी रो भी लईदा, कई बारी फिरन तुरन चल जाइदा, कई बारी बह भी लईदा, कई बारी सहारा, कई बारी सौ लईदा। जानी जिंदगी इदां जी है, जे कोई कहे ना पूरी प्रसन्न ते औखा औखा। ते महाराज सच्चे पातशाह दे चरनां विच मर्दाने ने चरण मंगे, ते महाराज कहंदे मर्दानिया तेरी कबर बना दईए, जो बचन इतिहास दे। महाराज सच्चे पातशाह वो की करनी आ, तुहानूं पता मर्दाने का कोई स्थान नहीं हैगा। तुसीं सुनिया जे ताईं किते मर्दाने का गुरुद्वारा नहीं ना। आ दीवान हाल जरूर महापुरखां बनाता बेर साहब, मर्दाना दीवान हाल, वो भी इहदा नां तां रखिया भी दीवान दे विच कीर्तन हुंदा, कथा। महाराज कहंदे तेरा गुरुद्वारा मंदिर बनाइए मरण तो बाद, साडे वर्गा हुंदा ते कहंदा वड्डा सारा बनाई। महाराज कहंदे उत्थे तेल चढ़िया करू, घ्यो बोकरा, मर्दानिया तेरी पूजा होगी। हथ जोड़ के कहंदा रब दा वास्ता पहला इस मिट्टी च फसा छड्डिया 52 साल, दिने रात होके लेंदे, कईयों की आहों में गुजर गई, कईयों की राहों में गुजर गई, कईयों की सोते हुए गुजर गई, कईयों की रोते हुए गुजर गई। पहुँचने वाले पहुँच गए मंजिले मकसूद, राह बदलने वालों की राहों में। बाबा मिंत वाली गल पहलों इच फसा रखी जिंद, हुण इचों कढ़ के ते इट्टां रोड़ियां च ना पा दी। मेरा वास्ता तू मेरा वीर है, मेरा मालक भरा है, तुसा खुदाए पाया मैं तैनू पाया ओए मेरे रब्बा।
ਮਹਾਰਾਜ ਨੇ ਇੰਨੇ ਬਚਨ ਕਹਿ ਮਰਦਾਨੇ ਦੀ ਫੌਤ ਹੋ ਗਈ। ਵਾਹਿਗੁਰੂ ਤੇ ਮੇਰੇ ਹਜ਼ੂਰ ਬਾਦਸ਼ਾਹ ਮਹਾਰਾਜ ਨੇ ਕਹਿੰਦੇ ਉਸ ਦਿਨ ਪਹਿਲੇ ਦਿਨ ਆਪ ਰਬਾਬ ਪਕੜੀ। ਅੱਗੇ ਮਰਦਾਨੇ ਨੂੰ ਕਹਿੰਦੇ ਸੀ ਰਬਾਬ ਛੇੜ। ਬਾਣੀ ਹਾਂਜੀ, ਅੱਜ ਮਰਦਾਨਾ ਜਾ ਚੁੱਕਾ ਏ, ਮੇਰੇ ਮਾਲਕ ਨੇ ਆਪ ਰਬਾਬ ਪਕੜੀ। ਕੁਝ ਵਿਦਵਾਨਾਂ ਨੇ ਲਿਖਿਆ ਵਾ ਕਿ ਬਾਅਦ ਚ ਸੁਨੇਹਾ ਪਹੁੰਚਿਆ ਤੇ ਮਰਦਾਨੇ ਦਾ ਬੇਟਾ ਸੀ ਸਜਾਦਾ ਤੇ ਰਜਾਦਾ। ਅੱਜ ਵੀ ਮਰਦਾਨੇ ਦੀ ਕੁਲ ਚੱਲਦੀ ਮਰਾਸੀ। ਉਹ ਬਾਅਦ ਚ ਆਏ ਹੋਣਗੇ, ਉਦੋਂ ਕਿਹੜਾ ਫੋਨ ਸੀ ਏਡੀ ਛੇਤੀ। ਹੁਣ ਤਾਂ ਫੋਨ ਕਰਦੇ ਨੇ ਵੀ ਆਪਾਂ ਮਰ ਗਏ ਆ ਜਾਓ। ਉਦੋਂ ਚਿੱਠੀ ਪਹੁੰਚਦੀ, ਜਿੰਨੇ ਚਿਰ ਚਿੱਠੀ ਮੁੜਦੀ ਉਹਨੇ ਚਿਰ ਨੂੰ ਤੇ ਭੋਗ ਵੀ ਪੈ ਜਾਂਦੇ। ਇੱਦਾਂ ਸੀ ਨਾ ਪਿਆਰਿਓ। ਹੁਣ ਤੇ ਬਹੁਤ ਵਧੀਆ ਯੁੱਗ ਹੈ, ਮਿੰਟ 'ਚ ਪਹੁੰਚ ਜਾਈਦਾ, ਮਿੰਟ 'ਚ ਆ ਜਾਈਦਾ। ਤੇ ਉਸ ਵੇਲੇ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਵੀ ਜਦੋਂ ਮਰਦਾਨੇ ਦੀ ਫੌਤ ਹੋਈ, ਮਾਣ ਕਰਿਆ ਕਰੋ ਜਿੰਨੇ ਬੈਠੇ ਜੇ, ਇੱਕ ਵਾਰੀ ਹੱਥ ਜੋੜੋ ਤੇ ਸਾਰੇ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ। ਤੁਸੀਂ ਰੋਜ਼ ਕਥਾ ਸੁਣਦੇ ਆ, ਅਸੀਂ ਰੋਜ਼ ਪਿਆਰੇ ਦੇ ਗੁਣ ਗਾਉਣੇ। ਕਿਤੇ ਬਾਬਾ ਜਿੱਦਣ ਸਾਡਾ ਸੰਸਕਾਰ ਹੋਇਆ ਕਿਤੇ ਸਾਡੇ ਤੇ ਵੀ ਆ ਜੀ, ਸਾਡੇ ਗਰੀਬਾਂ ਤੇ ਵੀ ਤਰਸ ਕਰੀ। ਮਰਦਾਨੇ ਨੇ 52 ਸਾਲ ਕੀਰਤਨ। ਅੱਜ ਮੇਰੇ ਹਜ਼ੂਰ ਦੀ ਗੋਦੀ 'ਚ ਪਿਆ ਮਰਦਾਨਾ। ਮਹਾਰਾਜ ਕਹਿੰਦੇ ਤੁਸਾਂ ਚਲੋ, ਅਸਾਂ ਵੀ ਤੁਹਾਡੇ ਪਿੱਛੇ ਆਹੀ। 1534 ਨੂੰ ਮਰਦਾਨਾ ਜੀ ਗਏ ਤੇ 1539 ਨੂੰ ਬਾਬਾ ਜੀ ਗਏ। ਵਾਹਿਗੁਰੂ ਇਹ ਜੋ ਦੁਨੀਆ ਸ਼ਹਿਰ ਮੇਲਾ, ਕੁਝ ਹੱਸ ਕੇ ਕਬੂਲ ਕਰ ਲੈਂਦੇ, ਕੁਝ ਰੋ ਕੇ ਕਰ ਲੈਂਦੇ, ਕਰਨਾ ਪੈਣਾ ਏ। ਤੇਰਾ ਮੇਰਾ ਮੁਸਾਫਰਾ ਕੀ ਝਗੜਾ, ਨਾ ਤੂੰ ਰਹਿਣਾ ਸੱਦੇ ਆਏ ਤੇ ਬੁਕਲਾਂ। ਮਾਰ ਦੋ ਜੋ ਲਿਖਿਆ ਵਿੱਚ ਮੁਕੱਦਰਾਂ, ਉਹੀ ਉਹ ਤੂੰ ਲੈਣਾ ਤੇ ਉਹੀ ਉਹ ਮੈਂ ਲੈਣਾ। ਤੇਰਾ ਮੇਰਾ ਮੁਸਾਫਰਾ ਕੀ ਝਗੜਾ, ਨਾ ਤੂੰ ਰਹਿਣਾ ਨਾ ਮੈਂ ਰਹਿਣਾ। ਤੇ ਮਰਦਾਨੇ ਦਾ ਸਰੀਰ ਹਜ਼ੂਰ ਦੀ ਗੋਦੀ 'ਚ ਸੁੰਨ ਹੋ ਗਿਆ। ਤੇ ਬਾਬੇ ਨੇ ਅੱਜ ਵੇਖਿਆ, ਬਾਬੇ ਨੂੰ ਵੀ ਪਿਆਰ ਸੀ, ਕਿਤੇ ਘੜੀ ਥੋੜਾ ਕੱਢਦੇ ਸੀ ਇੱਕ ਦੂਜੇ ਬਿਨਾਂ। ਅੱਜ ਗੁਰੂ ਨਾਨਕ ਸਾਹਿਬ ਵੀ ਵਿਰਾਗ ਦੇ ਵਿੱਚ ਆਏ ਹੈ। ਕੁਝ ਵਿਦਵਾਨਾਂ ਦੀ ਰਾਏ ਹੈ ਵੀ ਇਹ ਜਿਹੜਾ ਅੱਜ ਸ਼ਬਦ ਦੀ ਕਥਾ ਹੋ ਰਹੀ ਹੈ ਨਾ, ਲੜੀਵਾਰ 23 ਅੰਗ ਤੇ, ਇਹ ਸ਼ਬਦ ਮਹਾਰਾਜ ਨੇ ਉੱਥੇ ਕੁਰਮ ਦਰਿਆ ਦੇ ਕੰਢੇ ਤੇ ਜਦੋਂ ਮਰਦਾਨੇ ਦੀ ਫੌਤ ਹੋਈ ਆਪ ਗਾਇਆ। ਤੇ ਮਹਾਰਾਜ ਸਾਹਿਬ ਨੇ ਫਿਰ ਰਬਾਬ ਚੱਕੀ ਤੇ ਮਰਦਾਨੇ ਨੂੰ ਝੋਲੀ 'ਚ ਪਿਆ। ਤੇ ਉੱਥੇ ਫਿਰ ਮਹਾਰਾਜ ਨੇ ਇਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਉਚਾਰਿਆ। ਕਿੰਨਾ ਮਾਹੌਲ ਹੋਵੇਗਾ ਸਾਧ ਸੰਗਤ, ਕਿੱਥੇ ਰੱਬ ਗਾਉਂਦਾ ਉਹ। ਮੈਂ ਕਹਿੰਦਾ ਰੱਬ ਰਸਮਾਂ ਕਰਨ ਦਿਆ ਕਿ, ਤੇ ਮਹਾਰਾਜ ਨੇ ਆਖਿਆ ਜਿਹੜਾ ਰੱਬ ਦਾ ਹੋ ਜਾਊਗਾ ਉਹਦਾ ਸਾਰਾ ਜੱਗ ਹੋ ਜਾਊ। ਵਾਹਿਗੁਰੂ ਜੇ ਤੂੰ ਮੇਰਾ ਆਪ ਸਵਾਰੇ ਮੈਂ ਮਿਲੇ। ਪਹਿਲਾਂ ਤੈਨੂੰ ਆਪਣੇ ਆਪ ਨੂੰ ਸਵਾਰਨਾ ਪੈਣਾ। ਆਪਣੇ ਲਾਗੇ ਮੰਨ ਲਓ ਕੋਈ ਮਾਤਾ ਹੀ ਘਰੇ ਇੱਕ ਦਿਨ ਪੁਰਾਣਾ, ਉਦੋਂ ਪਹਿਲਾਂ ਕੱਚੇ ਵਿਹੜੇ ਸੀ, ਹੁਣ ਤਾਂ ਪੱਕੇ। ਉਹ ਤਾਂ ਮਾਂ ਗੋਇਆ ਫਿਰੇ। ਤੇ ਮੈਂ ਆਇਆ ਪੜ੍ਹ ਕੇ ਤੇ ਉਹ ਭੱਜ ਕੇ ਮੈਨੂੰ ਮਿਲ ਲੱਗੀ ਤੇ ਮੈਂ ਪਾਸੇ ਹੋ ਗਿਆ ਭੱਜ ਕੇ। ਮੈਂ ਕਿਹਾ ਮਾਤਾ ਹੱਥ ਗੋਏ ਨਾ ਲਿਬੜੇ, ਮੈਨੂੰ ਵੀ ਲਿਬੜੇਂਗੀ। ਜਾ ਕੇ ਪਹਿਲਾਂ ਧੋ ਕੇ ਆ। ਬੱਚੇ ਸਾਂ। ਉਹ ਕਹਿੰਦੀ ਆ ਅੱਛਾ ਹੁਣ ਮੇਰੇ ਹੱਥ ਗੰਦੇ। ਜਦੋਂ ਤੂੰ ਗੰਦ ਪਾਉਂਦਾ ਸੀ ਉਦੋਂ ਚੰਗੇ ਸੀ ਵੀ ਹੁਣ। ਮੈਂ ਕਿਹਾ ਨਹੀਂ ਮਾਂ ਤੂੰ ਸਮੈਲ ਆਉਂਦੀ ਗੋਏ ਦੀ, ਜਾ ਕੇ ਧੋ ਕੇ ਆ। ਫਿਰ ਉਹ ਧੋ ਕੇ ਆਈ, ਕਹਿੰਦੀ ਹੁਣ ਤੇ ਜੱਫੀ ਵਾਲਾ। ਮੈਂ ਕਿਹਾ ਅਜੇ ਵੀ ਨਹੀਂ ਤੇਰੇ ਤੋਂ ਸਮੈਲ ਆਉਂਦੀ, ਵੀ ਇਸ਼ਨਾਨ ਕਰਕੇ ਆ। ਕਹਿੰਦੀ ਛਿੱਤਰ ਆ ਹੈ ਤੈਨੂੰ ਨੱਕ। ਕਈ ਵਾਰੀ ਪੁਰਾਣੀਆਂ ਯਾਦਾਂ ਆ ਜਾਂਦੀਆਂ। ਸੋ ਕਿਤੇ ਨਾ ਕਿਤੇ ਮਹਾਰਾਜ ਕਹਿੰਦੇ ਜਦੋਂ ਕੋਈ ਲਿਬੜਿਆ ਹੋਵੇ ਨਾ, ਉਹਨੂੰ ਛੇਤੀ ਕੀਤਿਆਂ ਕੋਈ ਮਿਲਦਾ ਨਹੀਂ। ਉਹਨੂੰ ਛੇਤੀ ਕੀਤਿਆਂ ਕੋਈ ਮਿਲਦਾ ਨਹੀਂ। ਤੇ ਆਪਾਂ ਤੇ ਗਾਂਧੀ ਇੰਨਾ ਅੰਦਰ ਪਾਇਆ, ਆਪਾਂ ਨੂੰ ਮਹਾਰਾਜ ਕਿੱਥੋਂ ਮਿਲ ਪਏ ਹੈ। ਭਲਾ ਮੇਰੇ ਤੋਂ ਨਹੀਂ ਕਿਸੇ ਦਾ ਹੁੰਦਾ, ਸੁਖੀ ਮੈਂ ਨਹੀਂ ਕਿਸੇ ਨੂੰ ਵੇਖ ਸਕਦਾ ਹੈ, ਤੇ ਚੁਗਲੀ ਮੈਂ ਕਿਸੇ ਦੀ ਛੱਡਣੀ ਨਹੀਂ, ਨਿੰਦਿਆ ਕਰਨ ਤੋਂ ਬਿਨਾਂ ਮੈਨੂੰ ਚਾਹ ਨਹੀਂ ਨਸੀਬ ਹੈ। ਕਿਸੇ ਦਾ ਬਣਦਾ ਕੰਮ ਹੋਵੇ ਤੇ ਮੈਂ ਜਿੰਨਾ ਚਿਰ ਵਿਗਾੜ ਨਾ ਲਵਾਂ ਉਹਨਾਂ ਚਿਰ ਮੈਨੂੰ ਪਾਣੀ ਨਹੀਂ ਲੰਘਦਾ। ਇਹੋ ਜਿਹੇ ਕੰਮ ਆਪਾਂ ਕੀਤੇ ਆ ਨਾ, ਕਈ ਵਾਰੀ ਬਾਪੂ ਦੇ ਸਾਹਮਣੇ ਦੱਸ ਜਾਈਦੇ ਵੀ ਇਹ ਬਚਾ ਸਕਦਾ।
ਭਾਵੇਂ ਕਈ ਕਹਿਣਗੇ ਆਪਾਂ ਕਦੇ ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕੀਤਾ। ਇੰਨੇ ਚਿਰ ਨੂੰ ਇੱਕ ਆ ਗਿਆ, ਕਹਿੰਦੇ ਉਹ ਫਲਾਣੇ ਦੀ ਕੁੜੀ ਦਾ ਨਾ ਰਿਸ਼ਤਾ ਕਰਾਉਂਦੇ ਹੀ ਭੈਣੇ, ਮੈਂ ਰਹਿਣ ਦੇਣੀ, ਉਹ ਨਾ ਕਰਾਈ। ਕਹਿੰਦੀ ਕੀ ਹੋਇਆ? ਕਹਿੰਦੇ ਉਹ ਟੱਬਰ ਬੜਾ ਮਾੜਾ ਵਾ, ਅਗਲਿਆਂ ਦਾ ਮੁੰਨੇ ਤੇਲ ਦੇਤਾ ਤੇ ਨਾਲੇ ਹੌਲੀ ਜੀ ਕਹਿੰਦੇ ਆਪਾਂ ਕਦੇ ਕਿਸੇ ਦਾ ਵਾਹਿਗੁਰੂ ਮਾੜਾ ਨਹੀਂ ਕੀਤਾ। ਤੇ ਮੈਨੂੰ ਜੋਗੀ ਸਾਹਿਬ ਦੀ ਗੱਲ ਯਾਦ ਆ ਜਾਂਦੀ, ਉਹ ਕਹਿੰਦੇ ਵੀ ਕੋਈ ਅਮਲੀ ਸੀ ਤੇ ਉਹਨੇ ਤੋਤਾ ਰੱਖਿਆ ਹੈ ਨਾ ਬਾਪੂ, ਤੇ ਉਹ ਨਾ ਰੋਜ਼ ਪੋਸਤ ਖਾਂਦਾ ਸੀ ਅਮਲੀ, ਤੇ ਉਹਨੇ ਵੇਖਣਾ ਵੀ ਤੋਤਾ ਮੇਰੇ ਵੱਲ ਵੇਂਦਾ ਰਹਿੰਦਾ, ਕਿਤੇ ਮੇਰਾ ਪਰਦਾ ਨਾ ਫਾਸ ਕਰ ਦੇ। ਉਹਨੇ ਇੱਕ ਚਮਚਾ ਤੋਤੇ ਨੂੰ ਖਵਾਉਣਾ ਤੇ ਨਾਲੇ ਉਹਨੂੰ ਸਿਖਾਤਾ, ਤੋਤਿਆ ਪੋਸਤ ਨਾ ਖਾਈ ਮਰ ਜਾਏਗਾ, ਤੋਤਿਆ ਪੋਸਤ ਨਾ ਖਾਈ। ਉਹ ਬੋਲੀ ਸਿੱਖ ਗਿਆ। ਜਿੱਦਣ ਅਮਲੀ ਮਰ ਗਿਆ ਤੇ ਘਰਦਿਆਂ ਨੇ ਆਖਿਆ ਇਹਨੂੰ ਵੀ ਗਲੋਂ ਲਾਓ, ਇਹਨੂੰ ਕੀ ਕਰਨਾ। ਉਹਨਾਂ ਪਿੰਜਰਾ ਖੋਲਤਾ ਤੇ ਤੋਤਾ ਉੱਡ ਗਿਆ। ਉਹ ਉੱਡਦਾ ਉੱਡਦਾ ਇੱਧਰ ਹਜੂਰ ਸਾਹਿਬ ਨੂੰ ਚਲੇ ਗਿਆ, ਉੱਧਰ ਵਾਹਵਾ ਖੇਤੀ ਡੋਡਿਆਂ ਦੀ। ਬਹੁਤੇ ਤੇ ਕਈ ਵਾਰੀ ਜਾਣਗੇ ਉੱਥੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮਿਲਦੇ, ਕਹਿੰਦੇ ਉੱਧਰੋਂ ਸਮਾਨ ਲੈ ਆਉਣੇ, ਆਖੋ ਸਤਨਾਮ ਵਾਹਿਗੁਰੂ। ਤੇ ਮਹਾਰਾਜ ਕਿਰਪਾ ਕਰੇ। ਇੱਕ ਉਦਾਹਰਨ ਸੀ, ਉਹ ਕਹਿੰਦੇ ਉੱਥੇ 25-30 ਤੋਤੇ ਹੋਰ ਬੈਠੇ, ਤੇ ਉਹ ਵੀ ਵਿੱਚ ਬਹਿ ਗਿਆ ਤੇ ਉਹਨੇ ਸਾਰੇ ਖਾਣ ਲਾ ਲਏ, ਸਾਰਿਆਂ ਨੂੰ ਪੋਸਤ ਤੇ ਲਾ ਲਿਆ, ਤੇ ਨਾਲੇ ਖਾਈ ਜਾਣ ਚੁੰਝਾਂ ਭਰ ਭਰ, ਤੇ ਨਾਲੇ ਬੋਲੀ ਸਿਖਾਤੀ, ਨਾਲੇ ਕਹਿਣ ਤੋਤਿਆ ਪੋਸਤ ਨਾ ਖਾਈ ਮਰ ਜਾਏਗਾ। ਉਹ ਕਿਸੇ ਨੇ ਆ ਕੇ ਵੇਖਿਆ ਵੀ ਇਹ ਤਮਾਸ਼ਾ ਕੀ ਹੁੰਦਿਆ। ਉਹ ਸਾਖੀ ਤੋਂ ਮੈਨੂੰ ਲੱਗਦਾ ਵੀ ਉਹ ਹਾਲ ਸਾਡਾ ਵਾ। ਉਤੋਂ ਤੋਂ ਕਹਿਣਗੇ ਵਾਹਿਗੁਰੂ ਆਪਾਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਆਪਾਂ ਤੇ ਕਿਸੇ ਦੀ ਪੰਜੀ ਨਹੀਂ ਦੇਣੀ। ਉਹਨੇ ਚਿਰ ਨੂੰ ਜਿਹਦਾ 10,000 ਮਾਰਿਆ ਉਹ ਕਹਿੰਦਾ ਭਰਾਵਾ 2 ਮਹੀਨੇ ਹੋ ਗਏ ਹੁਣ ਤੇ ਦੇ ਦੇ। ਕਹਿੰਦਾ 10 ਮਿੰਟ ਲੇਟ ਆ ਜਾਂਦਾ, ਮੈਨੂੰ ਤੇ ਚੰਗਾ ਬਣ ਲੈਣ ਦਿੰਦਾ। ਉਹ ਹਾਲਾਤ ਅੱਜ ਸਾਡੇ ਹੈ। ਕਿਸੇ ਨੇ ਸੱਚ ਕਿਹਾ, ਕਹਿੰਦਾ 33 ਕਰੋੜ ਦੇਵੀ ਦੇਵਤਾ, 9 ਨਾਥ, 52 ਵੀਰ, 84 ਸਿੱਧ, ਇੱਕ ਪਿੰਡ 'ਚ 5 ਗੁਰਦੁਆਰੇ, 5 ਕਿਲੋਮੀਟਰ ਤੇ ਸਮਾਧ, ਕਬਰਾਂ, ਪੀਰ, ਦੇਵੀ ਦੇਵਤੇ, ਚੱਪਾ ਚੱਪਾ ਪੰਜਾਬ ਦਾ, ਤੇ ਰੱਬ ਕਿਤੇ ਕੈਨੇਡਾ 'ਚ ਚਲੇ ਗਏ। ਸਵਾਲ ਬੜਾ ਵਧੀਆ ਕੀਤਾ ਨੇ ਵੀ ਇੰਨੀ ਭਗਤੀ ਇੱਥੇ ਆਉਂਦੀ ਆ, ਕਿਤੇ ਇੱਥੇ ਧਾਗਾ ਨਹੀਂ, ਕਿਤੇ ਐ ਬੰਨੇ, ਕਿਤੇ ਗਲ 'ਚ ਬੱਧਾ, ਕਿਤੇ ਗਿੱਟਿਆਂ ਨੂੰ ਬੱਧਾ, ਯੱਬ ਪਾ ਛੱਡਿਆ, ਡੰਗਰਾਂ ਦੇ ਗਲ 'ਚ ਧਾਗੇ ਬਣਾਈ ਫਿਰਦੇ। ਤੇ ਰੱਬ ਕਿੱਥੇ ਤੁਰਿਆ ਫਿਰਦਾ? ਆਸਟ੍ਰੇਲੀਆ 'ਚ, ਇੰਗਲੈਂਡ 'ਚ। ਉੱਥੇ ਨਾ ਕੋਈ ਨਿਤਨੇਮ ਕਰਨ ਦਿਆ, ਨਾ ਕੋਈ ਉੱਥੇ ਟੋਕਰੀ ਚੁੱਕਣ ਦਿਆ। ਇਹ ਹੈਰਾਨੀ ਦੀ ਗੱਲ ਜੀ ਕਿਉਂ ਹੈ? ਉਹ ਕਾਰਨ ਇਹ ਹੈ ਵੀ ਜੋ ਗੁਰਬਾਣੀ ਕਹਿੰਦੀ ਹੈ ਨਾ, ਉਹ ਦੇਸ਼ ਸਾਡੇ ਤੋਂ ਬਹੁਤ ਅੱਗੇ ਜਾ ਚੁੱਕੇ ਹੈ। ਅਸੀਂ ਅਜੇ 500 ਸਾਲ ਪਿੱਛੇ ਆ। ਜੋ ਗੁਰਬਾਣੀ ਕਹਿੰਦੀ ਉਹਨਾਂ ਨੇ ਫੋਲੋ ਕੀਤਾ। ਉੱਥੋਂ ਦੇ ਜਿਹੜੇ ਰਾਜੇ ਆ ਨਾ, ਪੰਜੀ ਵੀ ਤੁਹਾਡੀ ਨਹੀਂ ਖਾਣਗੇ। ਤੇ ਆ ਇੱਕ ਵੀਡੀਓ ਆ ਰਹੀ ਸੀ, ਕਿਤੇ ਪੁਲ ਬਣਾਇਆ ਸਾਡੇ ਮੰਤਰੀ ਨੇ, ਤੇ ਪੁਲ ਬਣਾ ਕੇ ਤੇ ਉਹਦਾ ਉਦਘਾਟਨ ਕਰਨ ਲੱਗੇ, ਹਨਾ, ਵੇਖੀ ਤੁਸੀਂ ਸ਼ਾਇਦ। ਤੇ ਉਹ ਸਾਰੇ ਜਣੇ ਲੱਡੂ ਬਰਫੀਆਂ ਲੈ ਕੇ, ਰਿਬਨ ਲੈ ਕੇ, ਤੇ ਜਦੋਂ ਰਿਬਨ ਕੱਟ ਕੇ ਉਹ ਪੁਲ ਦੇ ਉੱਤੋਂ ਦੀ ਲੰਘਣ ਲੱਗੇ ਤੇ ਉਹ ਪੁਲ ਡਿੱਗ ਪਿਆ। ਉਹ ਥੱਲੇ ਗੰਦੇ ਨਾਲੇ ਦੇ ਵਿੱਚ ਸਾਰੇ ਡਿੱਗੇ ਫਿਰਨ। ਉਹ ਬੁਰੇ ਹਾਲ, ਮੂੰਹ ਸਿਰ ਲਪੇੜਿਆ, ਕਿਸੇ ਦੀ ਲੱਤ ਬਾਂਹ ਟੁੱਟੀ। ਉਹ ਕਹਿੰਦੇ ਆ ਵੇਖ ਲਓ ਪੰਜਾਬ ਦਾ ਕੰਮ, ਜਿਹੜਾ ਪੁਲ ਉਦਘਾਟਨ ਤੇ ਡਿੱਗ ਪਿਆ ਤੇ ਉਹ ਵੀ ਰੰਗ ਲਾ ਦੂਗਾ, ਆਖੋ ਸਤਨਾਮ। ਆ ਹੁਣ ਗਿੱਦੜ ਪਿੰਡੀ ਨੂੰ ਜਾਂਦੇ ਹੋ, ਗੋਰਿਆਂ ਦਾ ਪੁਲ ਬੱਧਾ ਟ੍ਰੇਨ ਦਾ, ਉਹ 20 ਸਾਲ ਹੋ ਗਏ ਉਹਦੀ ਮਨਿਆਦ ਨੰਗੀ ਨੂੰ, ਅਜੇ ਟ੍ਰੇਨ ਚੱਲਦੀ। ਜਿਹੜੇ ਸਾਡੇ ਵਾਲਿਆਂ ਬਣਾਏ ਆ ਨਾ, ਆਵੇ 72 ਬ੍ਰਹਮ ਗਿਆਨੀਆਂ ਦੀ ਧਰਤੀ ਆ, ਤੇ ਮਿੰਤਾ ਕਰ ਕਰ ਸੜਕ ਬਣਾਈ ਆ। ਤੇ ਇੱਕ ਦਿਨ ਬ੍ਰੇਕ ਮਾਰੀ ਟਰੈਕਟਰ ਨੇ ਤੇ ਸਾਰੇ ਰੋੜੇ ਬਾਹਰ ਆ ਗਏ। ਉੱਤੇ ਇੱਦਾਂ ਪਾਈ ਹੈ ਜਿਵੇਂ ਉਤਰਾ ਬੰਦਾ, ਅਣਜਾਣ ਬੰਦਾ ਨਹੀਂ ਇਸ ਤਰ੍ਹਾਂ ਲੇਪ ਕਰ ਦਿੰਦਾ। ਨਹੀਂ ਤੇ ਗੁਰੂ ਘਰ ਨੂੰ ਆਉਣਾ ਵਾ, ਇੱਥੇ ਤੇ ਨਾ ਖਾਵੇ, ਆਖੋ ਸਤਨਾਮ। ਆਪਾਂ ਨੂੰ ਸਿੱਧੀ ਗੱਲ ਆ ਵੀ ਜੇ ਬਣਾਉਣੀ ਤੇ ਰੀਝ ਨਾ ਬਣਾ ਦਿਓ, ਕੋਈ 20 ਸਾਲ ਕੱਢਤਾ ਜਾਵੇ। ਤੋ ਇਸ ਕਰਕੇ ਆਪਣੇ ਦੇਸ਼ ਦਾ ਕੁਛ ਨਹੀਂ ਬਣ ਸਕਦਾ, ਇਹਦਾ ਤੇ ਰੱਬ ਹੀ ਰੱਖਾ। ਹੁਣ ਸੁਰਹੋ ਵਿਚਾਰ। ਮੈਂ ਵਾਪਸ ਭਾਈ ਮਰਦਾਨੇ ਦੀ ਫੌਤ ਹੋਈ, ਉੱਥੇ ਮਹਾਰਾਜ ਨੇ ਸ਼ਬਦ ਉਚਾਰਿਆ, ਕੁਝ ਸੰਗਤ ਬਾਅਦ 'ਚ ਆਈ, ਮੈਂ ਰਿਪੀਟ ਕਰਦਾ। ਧਨ ਜੋਬਨ ਅਰ ਫੁੱਲੜਾ, ਕਹਿੰਦੇ 3 ਚੀਜ਼ਾਂ, ਧਨ, ਤੇਰੀ ਸੰਪਤੀ, ਤੇਰੀ ਜਵਾਨੀ ਤੇ ਬਾਗ ਦਾ ਫੁੱਲ। ਇਹ 4 ਦਿਨਾਂ ਦੇ ਪ੍ਰਾਹੁਣੇ ਆ ਸਾਰੇ। ਪਤਾ ਨਹੀਂ ਲੱਗਣਾ ਕਦੋਂ ਰਾਤੀ ਫੁੱਲ ਵੇਖਿਆ ਤੇ ਸਵੇਰੇ ਪਾਰਕ 'ਚ ਗਿਆ ਤੇ ਫੁੱਲ ਹੈ ਨਹੀਂ ਸੀ। ਕੱਲ ਬੰਦਾ ਮਿਲਿਆ ਤੇ ਰਾਤੀ ਪਤਾ ਲੱਗਾ ਉਹ ਮੁੱਕ ਗਿਆ ਵਾ। ਬਾਬੇ ਨੇ ਆਖਿਆ 3 ਚੀਜ਼ਾਂ ਦਾ ਕੋਈ ਭਰੋਸਾ ਨਹੀਂ, ਧਨ ਦਾ, ਜੋਬਨ ਦਾ ਤੇ ਫੁੱਲ ਦਾ।
ਤੇ ਅੱਗੇ ਕਹਿੰਦੇ ਪੱਪਣ ਕੇਰੇ ਪੱਤ ਜਿਉਂ ਢੁਰ ਢੁਲ ਜੁਮਨਾਰ, ਕਹਿੰਦੇ ਪਾਣੀ ਦੇ ਕੰਢੇ ਜਿਹੜੀ ਬੂਟੀ ਉੱਗੀ ਉਹ ਵੀ ਉਨਾ ਚਿਰ ਹਰੀ ਜਿੰਨਾ ਚਿਰ ਪਾਣੀ ਆ। ਜਦੋਂ ਪਾਣੀ ਸੁੱਕ ਗਿਆ ਬੂਟੀ ਵੀ ਸੁੱਕ ਜਾ। ਆਪਾਂ ਵੀ ਉਨਾ ਚਿਰ ਚਿਹਰਾ ਲਾਲ, ਹੱਥ ਪੈਰ ਸੋਹਣੇ ਸੁਨੱਖੇ ਗੋਰੇ ਆ, ਲਾਲੀ ਆ। ਜਦੋਂ ਸਵਾਸਾਂ ਦਾ ਪਾਣੀ ਮੁੱਕ ਗਿਆ ਨਾ ਤੇ ਪੀਲਾ ਸਰੀਰ ਹੋ ਜਾਣਾ। ਐਂ ਜੇ ਮੂੰਹ ਚੱਕ ਕੇ ਵੇਖੀਦਾ ਸਰੀਰ ਦਾ ਪੀਲਾਪਣ ਹੋ ਜਾਂਦਾ, ਕਿਉਂਕਿ ਲਹੂ ਪਾਣੀ ਬਣ ਜਾਂਦਾ। ਦਿਨ ਥੋਲੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ। ਮਹਾਰਾਜ ਕਹਿੰਦੇ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾਉ ਹੁੱਲਾ। ਕਹਿੰਦੇ ਮੇਰੇ ਪਿਆਰੇ, ਜਿੰਨਾ ਚਿਰ ਤੇਰੇ ਸਰੀਰ 'ਚ ਸੱਤਿਆ ਵਾ ਨਾ, ਆ ਜਿਆ ਕਰ ਸੰਗਤ ਵਿੱਚ, ਫੇਰ ਲਿਆ ਕਰ ਝਾੜੂ, ਭਾਂਡੇ ਮਾਂਜ ਲਾ, ਓਏ ਚੌਰ ਸਾਹਿਬ ਕਰ ਲਾ ਸੰਗਤ ਦੇ ਤੱਪੜ ਝਾੜ ਕੇ। ਜੇ ਜੀਵਨ ਸਫਲਾ ਹੁੰਦਾ ਹੀ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾਉ ਹੁੱਲਾ। ਜਦੋਂ ਜਵਾਨੀ ਜੋਰਾਂ ਤੇ ਐ ਉਦੋਂ ਹੀ ਸੇਵਾ ਸਿਮਰਨ ਹੋਣਾ। ਬੁੱਢੇ ਬਾਰਿਆਂ ਦੇ ਚੌਂਕੜਾ ਨਹੀਂ ਵੱਜਣਾ ਤੇ ਪਾਠ ਕਿੱਥੋਂ ਕਰੋਗੇ? ਹੁਣ ਅਸੀਂ ਸਾਰੀ ਜ਼ਿੰਦਗੀ ਨਾ, ਕਈ ਕਹਿਣਗੇ ਮੈਨੂੰ, ਇੱਕ ਕਹਿੰਦਾ ਬਾਬਾ ਤੂੰ ਟਾਈਮ ਨਾਲ ਹੀ ਬਾਬਾ ਬਣ ਗਿਆ। ਮੈਂ ਕਿਹਾ ਕਿਉਂ? ਕਹਿੰਦੇ ਆ ਜੇ ਜਵਾਨੀ ਆ, ਇਹੋ ਤੇ ਉਮਰ ਹੁੰਦੀ ਖਾਣ ਪੀਣ ਦੀ, ਭੰਗੜੇ ਪਾਉਣ ਦੀ, ਸਾਰਾ ਕੁਝ। ਤੇ ਉਦੋਂ ਕ ਬੰਦਾ ਪਾਠੀ ਬਣੇ ਜਦੋਂ 50 ਸਾਲ ਤੋਂ ਉੱਤੇ ਉਮਰ ਹੋ ਜੇ। ਤੇ ਜਾਣੀ ਸਾਰੀ ਜ਼ਿੰਦਗੀ ਰੱਜ ਕੇ ਆਨੰਦ ਲਓ, ਤੇ ਜਦੋਂ ਘਰਦਿਆਂ ਵੱਲੋਂ ਵੀ ਰਿਟਾਇਰ ਹੋ ਗਏ ਤੇ ਉਦੋਂ ਕਹਿਣਗੇ ਬਾਪੂ ਗੁਰਦੁਆਰੇ ਚੱਲ ਜਾ। ਤੇ ਨਾ ਉਹਨੂੰ ਕੁਝ ਸੁਣਨਾ ਤੇ ਨਾ ਉਹ ਤੋਂ ਬੋਲਿਆ ਜਾਣਾ। ਸਿਰ ਖਾਜੂ ਬਾਬੇ ਦਾ ਆਖੋ ਸਤਿਨਾਮ। ਹੁਣ ਖੰਡ ਪਾਠ ਚੱਲਦਾ ਹੁੰਦਾ ਤੇ ਬਾਪੂ ਉਹ ਅੰਦਰ ਭਾਇਆ ਹੁੰਦਾ ਧੂਪ ਤੇ, ਜਿਹਨੂੰ ਨਾ ਦੀਦਾ ਚੰਗੀ ਤਰ੍ਹਾਂ ਤੇ ਨਾ ਸੁਣਦਾ ਹੀ ਆ। ਤੇ ਪਾਠੀ ਸਿੰਘ ਨੂੰ ਕਰੂ ਬਾਬਾ ਉੱਚੀ ਬੋਲ, ਪਤਾ ਨਹੀਂ ਲੱਗਦਾ। ਤੇ ਮੈਂ ਕਿਹਾ ਬਦਾਮ ਖਵਾਏ ਉੱਚੀ ਬੋਲ ਹੈ ਵੀ ਉੱਚੀ ਇਹ ਬਾਬਾ ਬੋਲ, ਪਤਾ ਨਹੀਂ ਲੱਗਦਾ। ਜਿੱਦਣ ਤੈਨੂੰ ਸੁਣਦਾ ਸੀ ਉਦੋਂ ਤੇ ਤੂੰ ਪੈਲਸ 'ਚ ਨੱਚਣ ਦਿਆ ਸੀ। ਹੁਣ ਤੇਰਾ ਸਰੀਰ ਡਾਊਨ ਹੋਇਆ ਫਿਰਦਾ, ਮੜੀਆਂ ਦੀਦੀਆਂ, ਹੁਣ ਕਹਿੰਦਾ ਉੱਚੀ ਬੋਲ। ਮੈਂ ਕਿੰਨਾ ਕੁ ਉੱਚੀ ਬੋਲਾਂ, ਮੇਰਾ ਗਲਾ ਬਹਿ ਗਿਆ ਵਾ ਹੈ। ਹੋਰ ਕੋਈ ਵੜਨ ਨਹੀਂ ਦਿਆ ਕਰਦਾ ਜੀ, ਜਿਹੜੇ ਮੁੰਡੇ ਕੁੜੀਆਂ ਜਿਨ੍ਹਾਂ ਨੇ ਸੁਣਨਾ। ਤੈਨੂੰ ਹੁਣ ਪਤਾ ਦੀਦਾ ਤੈਨੂੰ ਉੱਜਣੀ ਆ ਵੀ ਕੌਣ ਬੈਠਾ ਤਾਬਿਆ ਤੇ ਹੈ। ਤੇ ਉਹ ਲਾਗੇ ਜੋ ਕਿ ਤੂਫਾਨ ਚਾਰ ਲਾ ਕੇ ਬਾਬਾ ਉੱਚੀ ਸੁਣਾ ਕਿਰਾ। ਮੈਂ ਕਿਹਾ ਮੇਰੇ ਤੋਂ ਨਹੀਂ ਉੱਚੀ ਸੁਣਾਇਆ ਜਾਂਦਾ। ਜਦੋਂ ਤੇਰਾ ਟਾਈਮ ਸੀ ਉਦੋਂ ਤੇ ਤੂੰ ਸੁਣਿਆ ਨਹੀਂ, ਹੁਣ ਤੈਨੂੰ ਉੱਚੀ ਸੁਣਾਵਾਂ। ਮਹਾਰਾਜ ਦੀ ਬਾਣੀ 'ਚ ਵੀ ਲਿਖਿਆ ਵਾ, ਕਹਿੰਦੇ ਨੈਣੋ ਨੀਰ ਬਹਿ ਜਲ ਖੀਨਾ ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਹੁਣ ਗੁਰਦੁਆਰੇ ਲਿਆ ਕੇ ਬਾਤ ਹੀ ਨਾ, ਹੁਣ ਆਪ ਕਾਹੇ ਜੋਗਾ ਤੇ ਨਾ ਉਹਨੂੰ ਪਤਾ ਲੱਗਣਾ। ਸੱਚਾਈ ਹੈ ਕੌੜੀ। ਫਿਰ ਕਹਿੰਦੇ ਜੀਵਨ ਸਫਲਾ ਕਰੋ। ਜਿੱਦਣ ਚੜ੍ਹਦੀ ਜਵਾਨੀ ਸੀ ਉਦਣ ਉੱਚੀ ਆਵਾਜ਼ ਸੀ ਮਿੱਠੀ, ਉਦਣ ਤੇ ਟਾਈਮ ਸੀ ਜਪਣ ਦਾ। ਤੇ ਉਦੋਂ ਤੂੰ ਕਿਤੇ ਬੜਿਆ ਨਹੀਂ, ਹੁਣ ਤੇ ਤੋਂ ਬਹਿ ਹੁੰਦਾ ਨਹੀਂ, ਖੰਗੀ ਜਾਨਾ ਨਾਲ ਦੂਜਿਆਂ ਨੂੰ ਵੀ ਨਹੀਂ ਸੁਣ ਦਿੰਦਾ। ਤੇ ਵਕਤ ਪਾਇਆ ਤਿੰਨਾਂ ਚੌਂ ਨੂੰ ਫੜ ਕੇ ਅੰਦਰ ਵਾੜਨਾ ਪੈਂਦਾ, ਤਿੰਨਾਂ ਨੂੰ ਕੱਢਣਾ ਪੈਂਦਾ। ਹੁਣ ਘਰੇ ਰਿਹਾ ਕਰ ਆਖੋ ਸਤਿਨਾਮ। ਮਾਫੀ ਦਿਓ ਸਾਧ ਸੰਗਤ ਜੀ, ਮਾਫੀ ਦਿਓ। ਇਹ ਸੱਚਾਈ ਬਾਣੀ ਨੇ ਕਹੀ ਆ ਵੀ ਟਾਈਮ ਹੁੰਦਾ ਕੋਈ ਮਾਰੇ। ਕਹਿੰਦੇ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੋਲਾ। ਕਹਿੰਦੇ ਜਿੱਦਣ ਚੜ੍ਹਦੀ ਜਵਾਨੀ ਸੀ ਉਦਣ ਲਾਹਾ ਲੈਣਾ ਸੀ। ਚਲੋ ਫਿਰ ਵੀ ਬਾਬੇ ਫਰੀਦ ਨੇ ਆਪ ਨੂੰ ਬਚਾ ਲਿਆ। ਕਹਿੰਦੇ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਈ। ਵੀ ਚੱਲ ਜਵਾਨੀ 'ਚ ਗਲਤੀਆਂ ਕਰ ਲਈਆਂ, ਹੁਣ ਚਿੱਟੇ ਹੋ ਗਏ, ਹੁਣ ਹੀ ਸੁਧਰ ਜਾ। ਕਿ ਕਈ ਨਹੀਂ ਉਹ ਸੁਧਰਦੇ, ਮਾਫ ਕਰੇ। ਉਹ ਕਿਸੇ ਨੇ ਕਹਾਵਤ ਕਹੀ ਸੀ ਨਾ ਵੀ ਕੁੱਤੇ ਦੀ ਪੂਛ 12 ਸਾਲ ਕਿਸੇ ਨੇ ਪਾਤੀ ਵੰਜਲੀ 'ਚ, ਤੇ 12 ਸਾਲਾਂ ਬਾਅਦ ਜਦੋਂ ਵੰਜਲੀ 'ਚੋਂ ਕੱਢੀ ਤੇ ਫਿਰ ਉੱਥੇ ਮੁੜੀ ਦੀ ਮੁੜੀ। ਉਹ ਗੱਲ ਮਹਾਰਾਜ ਜੀ ਆ, ਕਿਤੇ ਤਰਸ ਕਰ ਜਾਣ, ਉਹਦੀ ਕਿਰਪਾ ਹੋ ਜੇ ਤੇ ਸੁਧਰ ਜੇ, ਨਹੀਂ ਤੇ ਨਹੀਂ ਸੁਧਰਦਾ। ਮਾਰੇ ਕਹਿੰਦੇ ਰੰਗ ਮਾਣ ਭਾਈ, ਦਿਨ ਥੋੜੇ ਥਕੇ ਭਇਆ ਪੁਰਾਣਾ ਚੋਲਾ। ਕਹਿੰਦੇ ਤੇਰੇ ਦਿਨ ਥੋੜੇ ਰਹਿ ਗਏ ਆ। ਹੁਣ ਮੈਂ ਕਿਸੇ ਨੂੰ ਕਹਾਂ ਤੇ ਤੁਸੀਂ ਡੰਡਾ ਲੈ ਆਉਣਾ, ਮੈਂ ਕਹਾਂ ਨਾ ਬਾਪੂ ਤੇਰੇ ਦਿਨ, ਉਹਨਾਂ ਬਾਬਾ ਕਥਾ ਤੋਂ ਬਾਹਰ ਆ। ਇੱਕ ਨੂੰ ਮੈਂ ਇੱਥੇ ਕਿਹਾ ਸੀ, ਉਹ ਸਾਡਾ ਪਾਠੀ ਸਿੰਘ ਸੀ, ਤੇ ਉਹਨੂੰ ਮੈਂ ਹਾਸੇ ਨਾਲ ਕਹਿਤਾ, ਮੈਂ ਕਿਹਾ ਹੁਣ ਡਿਊਟੀ ਛੱਡ ਦੇ, ਤੇਰੇ ਦਿਨ ਥੋੜੇ ਰਹਿ ਗਏ ਆ। ਭਰਾਵਾ ਉਹਨੇ ਤੇ ਜਾ ਕੇ ਘਰੇ ਕਹਿਤਾ, ਉਹਦੀ ਤੇ ਕੁੜੀ ਲੜਨ ਲੱਗ ਗਈ। ਉਹ ਕਿਤੇ ਆਈ ਹੋਈ ਸੀ ਆਪਣੇ ਇੱਥੇ ਛੁੱਟੀ ਤੇ ਉਹ ਇੱਥੇ ਲੱਭਦੇ ਫਿਰਨ, ਤੇ ਮੈਨੂੰ ਕਹਿੰਦੇ ਬਾਬਾ ਤੈਨੂੰ ਲੱਭਦਾ ਹੀ ਕੋਈ। ਤੇ ਮੈਂ ਇੱਥੋਂ ਲੰਗਰ ਛੱਕ ਕੇ ਉੱਠਿਆ, ਮੈਂ ਕਿਹਾ ਕੋਈ ਮਿਲਣ ਆਇਆ, ਪ੍ਰੋਗਰਾਮ ਹੋਣਾ। ਤੇ ਉਹ ਕਹਿੰਦੇ ਬਾਬਾ ਤੁਹਾਨੂੰ ਕੋਈ ਸੰਗ ਹੈਗੀ ਕਿ ਨਹੀਂ? ਮੈਂ ਕਿਹਾ ਭੈਣੇ ਕੀ ਹੋਇਆ? ਕਹਿੰਦੇ ਹੈ ਸਾਡੇ ਸਾਰੇ ਜੀ ਤੇ ਅੱਗੇ ਤੁਰ ਗਏ, ਇੱਕ ਬਾਪੂ ਰਹਿ ਗਿਆ, ਤੇ ਤੁਸੀਂ ਗੁਰੂ ਘਰ ਦੇ ਵਜ਼ੀਰ ਆ, ਤੁਹਾਡੀ ਰੱਬ ਮੰਨਦਾ, ਤੇ ਤੁਸੀਂ ਆਂਦੇ ਇਦਾਂ ਕਿਹਾ ਬਾਪੂ ਤੇਰੇ ਦਿਨ ਥੋੜੇ।
ਤੇ ਤੁਸੀਂ ਸਾਡਾ ਮਾਰ ਦੇਣਾ ਵਾ, ਤੇ ਨਾਲੇ ਰੋਣ ਲੱਗ ਪਈ। ਮੈਂ ਕਿਹਾ ਮੈਂ ਕਿਹੜਾ ਬਾਬਾ ਨਾਨਕ ਵੀ ਮੇਰੇ ਆਖੇ ਜੇ ਦੁਨੀਆ ਮਰਦੀ ਹੁੰਦੀ ਤੇ ਉਹਨੂੰ ਆਪਾਂ ਜਿੰਨੇ ਦੇਸ਼ ਨੂੰ ਤੰਗ ਕਰਦੇ ਸਾਰੇ ਮਰਵਾ ਦੇਣੇ ਅਰਦਾਸ ਕਰਕੇ, ਹਨਾ। ਆ ਜਦੋਂ ਕਿਸਾਨ ਕਿੰਨੀਆਂ ਬੀਬੀਆਂ ਅਰਦਾਸਾਂ ਕਰਦੀਆਂ, ਮੋਦੀ ਮਰ ਗਿਆ ਕਿਤੇ ਮਰ ਗਿਆ, ਉਹ ਅਜੇ ਵੀ ਬੈਠਾ ਹੀ 15,000 ਦਾ ਕੁੜਤਾ ਪਜਾਮਾ ਮੀਟਰ ਪਾਉਂਦਾ ਹੀ ਆਪਕੋ ਸਤਨਾਮ। ਜੇ ਕਿਸੇ ਦੇ ਆਖਿਆ ਕੋਈ ਮਰਦਾ ਹੁੰਦਾ ਤੇ ਮੇਰੀ ਤੇ ਜਿਹਦੇ ਨਾਲ ਲੱਗਦੀ ਫਿਰ ਮੈਂ ਤੇ ਸਾਰੇ ਹੀ ਮਾਰ ਦੇਣੇ। ਜਾਣੀ ਉਹਨੇ ਇੰਨੀ ਦਿਲ ਤੇ ਗੱਲ ਲਾ ਲਈ, ਇੱਕ ਸਹਿਜ ਸੁਭਾਅ ਆਪਾਂ ਮਜ਼ਾਕ ਹੀ ਕਰ ਲੈਨੇ। ਉਦੋਂ ਬਾਅਦ ਚ ਮੈਂ ਨਹੀਂ ਕੀਤਾ, ਅੱਜ ਚੇਤਾ ਜਿਹਾ ਆ ਗਿਆ ਆਪਕੋ ਸਤਨਾਮ। ਤੇ ਹੁਣ ਮਾਰੇ ਤੁਹਾਨੂੰ ਕਹਿੰਦੇ ਮਾਰੇ ਨਾ ਲੜੋ। ਮਾਰੇ ਕਹਿੰਦੇ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਕਹਿੰਦੇ ਬਾਪੂ ਤੇਰੇ ਦਿਨ ਰਹਿ ਗਏ ਥੋੜੇ, ਆ ਤੇਰਾ ਸਰੀਰ ਰੂਪੀ ਚੋਲਾ ਹੋ ਗਿਆ ਪੁਰਾਣਾ। ਇਹ ਮਰਦਾਨਾ ਮਾਰੇ ਦੀ ਗੋਦੀ 'ਚ ਪਿਆ ਵਾ। ਜਦੋਂ ਉਹਦੀ ਫੌਤ ਹੋਈ ਗੁਰੂ ਨਾਨਕ ਸਾਹਿਬ ਸ਼ਬਦ ਗਾ ਰਹੇ, ਕਹਿੰਦੇ ਸਾਰਿਆਂ ਦਾ ਜਾਣਾ ਇਹ ਚੋਲਾ ਜਦੋਂ ਪੁਰਾਣਾ। ਆਪਾਂ ਕਹਿੰਦੇ ਪੁਰਾਣੇ ਬੁੱਢੇ ਬਾਪੂ ਕਹਿੰਦੇ ਸੀ ਫਲਾਣਾ ਚੋਲਾ ਛੱਡ ਗਿਆ। ਹੁਣ ਤੇ ਆਪਾਂ ਕਹਿੰਦਾ ਮਰ ਗਿਆ, ਉਦੋਂ ਮਰ ਗਿਆ ਘੱਟ, ਜਾਂ ਕਹਿਣਾ ਕਾਲ ਚਲਾਣਾ ਕਰ ਗਿਆ, ਜਾਂ ਕਹਿਣਾ ਸਮਾ ਗਿਆ, ਜਾਂ ਕਹਿਣਾ ਚੋਲਾ ਛੱਡ ਗਿਆ। ਉਦੋਂ ਇੱਦਾਂ ਵਲ ਪਾ ਕੇ ਬਜ਼ੁਰਗ ਗੱਲ ਕਰਦੇ ਸੀ, ਸਿੱਧਾ ਨਹੀਂ ਸੀ ਕਹਿੰਦੇ ਫਲਾਣਾ ਮਰ ਗਿਆ। ਹੁਣ ਤੇ ਫਿੱਕਾਪਣ ਆ ਗਿਆ ਦੁਨੀਆ 'ਚ। ਹੁਣ ਤੇ ਜਿਉਂਦੇ ਨੂੰ ਕਹਿੰਦੇ ਰੱਬ ਕਰਕੇ ਤੂੰ ਮਰ ਜੇ ਕਿਤੇ। ਇੱਕ ਬੀਬੀਆਂ ਲੜਨ ਤੇ ਕਹਿੰਦੀਆਂ ਤੂੰ ਰੱਬ ਕਰੇ ਤੈਨੂੰ ਰੱਬ ਚੁੱਕੇ, ਤੈਨੂੰ ਰੱਬ ਲੈ ਜੇ। ਤੇ ਲਾਗੇ ਇੱਕ ਫਕੀਰ ਸੀ, ਉਹ ਹੱਸ ਪਿਆ। ਉਹ ਕਹਿੰਦਾ ਮੈਨੂੰ ਤੁਹਾਡਾ ਹਾਸਾ ਆਉਂਦਾ ਤੁਹਾਡੇ ਤੇ। ਕਹਿੰਦੀਆਂ ਤੂੰ ਕੀ ਲੈਣਾ, ਜਾ ਉਹਦਾ ਕੰਮ ਕਰ। ਕਹਿੰਦਾ ਮੈਨੂੰ ਤੁਸੀਂ ਦੱਸੋ ਵੀ ਤੁਸੀਂ ਇੱਕ ਦੂਜੀ ਨੂੰ ਮਿਹਣੇ ਮਾਰਦੀਆਂ ਕਿ ਸੀਸਾਂ ਦਿੰਦੀਆਂ। ਉਹ ਕਹਿੰਦੀਆਂ ਇਹ ਸੀਸਾਂ ਤੇ ਵੇਖ ਲਈਆਂ, ਗਾਲਾਂ ਕੱਢਣ ਦੀਆਂ, ਤੈਨੂੰ ਰੱਬ ਲੈ ਜੇ ਰੱਬ ਚੁੱਕੇ। ਫਕੀਰ ਕਹਿੰਦਾ ਉਹ ਤੇ ਮੈਂ ਤੁਹਾਨੂੰ ਪੁੱਛਦਾ ਵਾਂ ਵੀ ਤੁਸੀਂ ਇੱਕ ਦੂਜੇ ਨੂੰ ਮਿਹਣੇ ਮਾਰਦੀਆਂ ਕਿ ਸੀਸਾਂ ਦਿੰਦੀਆਂ। ਉਹ ਕਹਿੰਦੇ ਤੂੰ ਦੱਸ ਵੀ ਸੀਸ ਕਿਹੜੀ ਦਿੱਤੀ। ਕਹਿੰਦਾ ਵੀ ਤੁਸੀਂ ਸ਼ਬਦ ਵਰਤਨ ਯੂਜ ਕਰਨ ਦੀਆਂ ਇੱਕ ਦੂਜੀ ਨੂੰ, ਤੈਨੂੰ ਰੱਬ ਲੈ ਜੇ, ਤੈਨੂੰ ਰੱਬ ਚੁੱਕੇ। ਕਹਿੰਦਾ ਉਹ ਇਹ ਭਾਗਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਰੱਬ ਚੁੱਕ। ਜੰਮ ਚੁੱਕ ਕੇ ਲਿਜਾਂਦੇ ਆ, ਜੰਮ ਸਜ਼ਾ ਦਿੰਦੇ ਆ। ਤੇ ਕੋਈ ਭਾਈ ਪਾਰੋ ਪਰਮਹੰਸ, ਭਾਈ ਲਾਲੋ ਜੀ, ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖਾਂ ਜਿਨ੍ਹਾਂ ਨੂੰ ਰੱਬ ਲੈਣ ਆਉਂਦਾ। ਰੱਬ ਹਾਰੀ ਸਾਰੀ ਨੂੰ ਨਹੀਂ ਲੈਣ ਆਉਂਦਾ। ਤੇ ਤੁਸੀਂ ਕਹਿੰਦੇ ਇੱਕ ਦੂਜੀ ਨੂੰ ਬਦਦੁਆਈ ਦੀ ਥਾਂ ਸੀਸਾਂ ਦੇਈ ਜਾਂਦੇ ਆ ਵੀ ਤੈਨੂੰ ਰੱਬ ਲੈ ਜੇ। ਮੈਂ ਕਹਿੰਦਾ ਤੁਸੀਂ ਮੈਨੂੰ ਵੀ ਇਹ ਸੀ ਬਦਦੁਆ ਦਿਓ ਵੀ ਜਾ ਫਕੀਰਾ ਤੈਨੂੰ ਰੱਬ ਲੈ ਜੇ। ਇਹ ਕਈ ਵਾਰ ਆਪਾਂ ਜੋ ਮੂੰਹ 'ਚੋਂ ਬੋਲਦੇ ਨੇ ਆਪਾਂ ਨੂੰ ਉਹਦਾ ਅਰਥ ਨਹੀਂ ਪਤਾ ਹੁੰਦਾ। ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇਰਾ ਚੋਲਾ ਪੁਰਾਣਾ ਹੋ ਗਿਆ ਤੇ ਸਿਆਣਾ ਬਣ ਜਾ। ਸੱਜਣ ਮੇਰੇ ਰੰਗ ਲੈ ਜਾਏ ਸੁਤੈ ਜੀਰਾਨ। ਇਹ ਤਕਰੀਬਨ ਹੀ ਭੋਗ ਤੇ ਰਾਗੀ ਸਿੰਘ ਸ਼ਬਦ ਪੜ੍ਹਦੇ ਆ ਜਿਹੜਾ ਅੱਜ ਕਥਾ ਹੋ ਰਹੀ ਆ। ਸੱਜਣ ਮੇਰੇ ਰੰਗ ਲੈ ਜਾਏ ਸੁਤੇ ਜੀਰਾਨ। ਸੱਜਣ ਮੇਰੇ ਰੰਗ ਲੈ ਜਾਏ ਸੁਤੇ ਜੀ। ਮਹਾਰਾਜ ਸਾਹਿਬ ਜੀ ਕਹਿੰਦੇ ਮੇਰੇ ਸੱਜਣ ਰੰਗਲੇ ਪਿਆਰੇ ਜਿਹੜੇ ਮੇਰਾ ਜਿਨ੍ਹਾਂ ਬਿਨਾਂ ਘੜੀ ਨਹੀਂ ਸੀ ਸਰਦਾ ਨਾ। ਆਪਾਂ ਕਈ ਵਾਰੀ ਕੋਈ ਨਾ ਆਵੇ ਆਪਾਂ ਆਖੀਦਾ ਨਾ ਭੈਣੇ ਕੱਲ ਨਹੀਂ ਆਏ, ਭਾਈ ਸਾਹਿਬ ਤੁਸੀਂ ਕੱਲ ਨਹੀਂ ਦਿਸੇ, 2 ਦਿਨ ਕਿੱਥੇ ਰਹੇ। ਪਿਆਰ ਜਿਉ ਪੈ ਗਿਆ। ਜਿਹਦੇ ਨਾਲ ਪਿਆਰ ਉਹ ਪੁੱਛਦਾ ਵਾ। ਤੇ ਮਹਾਰਾਜ ਕਹਿੰਦੇ ਜਿੰਨਾ ਬਿਨਾਂ ਘੜੀ ਨਹੀਂ ਸੀ ਕੱਢਦਾ, ਅੱਜ ਵੇਖ ਲਾ ਜਾਏ ਸੁੱਤੇ ਜੀਰਾਨ। ਉਹ ਮੜੀਆਂ ਦੇ ਵਿੱਚ ਇਹੋ ਜਿਹੇ ਸੁੱਤੇ ਜਿਨ੍ਹਾਂ ਕਦੇ ਨਹੀਂ ਉੱਠਣਾ, ਕਦੇ ਨਹੀਂ ਉੱਠਣਾ, ਸੌਂ ਗਏ ਕਬਰਸਤਾਨ ਦੇ ਵਿੱਚ। ਹੰਪੀ ਵਈਆਂ ਡੂਮਨੀ ਰੋਮਾ ਚੀਨੀ ਬਾਨ। ਕਹਿੰਦੇ ਉਹਨਾਂ ਦੇ ਵਿਛੋੜੇ 'ਚ ਮੈਂ ਰੋ ਰਿਹਾ ਹਾਂ। ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਵੀ ਕਿਤੇ ਅੱਖਾਂ 'ਚ ਆਇਆ ਹੀ ਹੋਣਾ ਜਲ। ਮਾਫ ਕਰਿਓ ਮੈਂ ਪੱਕਾ ਨਹੀਂ ਕਹਿੰਦਾ, ਜਿੰਨਾ ਪਿਆਰ ਮਰਦਾਨੇ ਨੂੰ ਕਰਦੇ ਸੀ ਆਇਆ ਹੋਊਗਾ ਪੱਕਾ। ਕਿਉਂਕਿ ਇੱਕ ਦੁਨੀਆ ਰੋਂਦੀ ਆ ਬੰਦੇ ਦੀ ਮਾਇਆ ਨੂੰ, ਬੰਦੇ ਦੇ ਕੰਮਾਂ ਨੂੰ, ਬੰਦੇ ਦੀ ਤਨਖਾਹ ਨੂੰ। ਇੱਕ ਜਿਹਨੂੰ ਕਹਿੰਦੇ ਆ ਨਾ ਰੋਣ ਝੀਣੀ ਬਾਣ। ਝੀਣੀ ਬਾਣ ਦਾ ਭਾਵ ਹੁੰਦਾ ਵੀ ਆਵਾਜ਼ ਨਹੀਂ ਆਉਣੀ, ਅੱਖਾਂ 'ਚ ਪਾਣੀ ਵੀ ਨਹੀਂ ਆਉਣਾ, ਅੰਦਰ ਰੋਂਦਾ ਹੋਣਾ ਅੰਦਰ। ਇਹਨੂੰ ਕਹਿੰਦੇ ਝੀਣੀ ਬਾਣ ਰੋਣਾ। ਇਹ ਕਈ ਤੇ ਕਰਨਗੇ ਨਾ ਹਾਏ ਮਰ ਗਿਆ ਉੱਚੀ ਉੱਚੀ। ਉਹ 15 ਕੁ ਮਿੰਟ ਇੰਨਾ ਰੌਲਾ ਪਾ ਕੇ ਬੀਬੀਆਂ ਤੇ ਮੁੜ ਕੇ ਕਹਿੰਦੀਆਂ ਪਨੀਰ ਨਹੀਂ ਪਾਇਆ ਦਾਲ 'ਚ। ਮੈਂ ਕਿਹਾ ਹੁਣੇ ਤੇ 15 ਮਿੰਟ ਐਂ ਕਰਦੀ ਵੀ ਜਿਵੇਂ ਸਾਰਾ ਦੁੱਖ ਇਹਨੂੰ ਹੀ ਆ। ਤੇ ਰੋਟੀ ਖਾਣ ਲੱਗੇ ਕਹਿੰਦੇ ਦਾਲ 'ਚ ਲੂਣ ਘੱਟ, ਹਲਵਾਈ ਕਿਹੜਾ ਸੱਦਿਆ। ਮੈਂ ਕਿਹਾ ਪਿਕਨਿਕ ਤੇ ਆਏ ਆ, ਮਰਗ ਦਾ ਭੋਗ ਆ। ਹੁਣ ਤੇ ਲੋਕਾਂ ਵੀ ਟਰੈਂਡ ਕਰ ਲਿਆ
ਮਰਗ ਦੇ ਭੋਗ ਤੇ ਗੁਲਾਬ ਜਾਮੁਨ ਨੂੰ ਗਰਮ ਗਰਮ ਇੱਕ ਵੱਖਰੇ ਪਾਏ। ਮੈਂ ਖਾਧੇ, ਮੈਂ ਤਾਂ ਦੱਸਿਆ। ਜਲੇਬੀਆਂ, ਮਟਰ ਪਨੀਰ, ਉਹ ਮੂੰਗੀ ਵਾਲਾ ਕੜਾਹ ਪ੍ਰਸ਼ਾਦ ਵਿੱਚ ਗਿਰੀਆਂ ਬਦਾਮ। ਤੇ ਉਹ ਟੈਂਟ ਵੇਖ ਕੇ ਮੈਂ ਕਿਹਾ ਕਿਸੇ ਦਾ ਸ਼ਗਨ ਲੱਗਾ, ਕਹਿੰਦੇ ਨਹੀਂ ਬੁੜੇ ਦਾ ਭੋਗ। ਤੇ ਮੈਂ ਕਿਹਾ ਪ੍ਰੋਗਰਾਮ ਤੇ ਸ਼ਗਨ ਵਾਲਾ? ਕਹਿੰਦੇ 100 ਕਿੱਲੇ ਦਾ ਮਾਲਕ ਸੀ, ਰਿਸ਼ਤੇਦਾਰਾਂ ਕਹਿਣਾ ਸਾਰੇ ਪੈਸੇ ਸਾਂਭਗੇ, ਲੰਗਰ ਤੇ ਚੰਗਾ ਚੁਕਾਉਂਦੇ। ਇਹੋ ਜਿਹੇ ਸਾਡੇ ਹਾਲਾਤ ਆ। ਤੇ ਗੁਰਦੁਆਰੇ 5-5 ਵਾਰ ਗੁੱਸਾ ਆ ਜਾਂਦਾ ਲਾਈਵ ਚੱਲਣ ਦਿਆ ਕਿ ਕੀ ਜਦੋਂ ਅਸੀਂ ਮਹਾਰਾਜ ਨੂੰ ਮੰਨਿਆ ਨਹੀਂ, ਇੱਕ ਤਾਂ ਜੀ ਚਲੇ ਗਿਆ ਤੇ ਦੂਜੇ ਪਾਸੇ ਕੁਰਸੀਆਂ ਤੇ ਟੈਂਟ ਲਾਇਆ। ਪੰਗਤ ਚਾਹੀਦੀ ਸੀ, ਮਹਾਰਾਜ ਪੰਗਤ ਕਹਿ ਕੇ ਗਿਆ ਵੀ ਸਾਦਾ ਪ੍ਰਸ਼ਾਦਾ ਗੁਰਸਿੱਖਾਂ ਨੂੰ ਖਤਮ ਕਰਤਾ ਸਭ ਕੁਝ। ਅੱਜ ਕੱਲ੍ਹ ਸਭ ਢਿੱਡ ਦੇ ਪੁਜਾਰੀ, ਠੰਡੇ ਚੱਲਣ ਦਾ ਆਈਸਕ੍ਰੀਮ ਚੱਲਣ ਦੀ, ਤੇ ਮਰਿਆ ਕੌਣ? ਬਾਪੂ। ਇਹੋ ਜਿਹਾ ਤੇ ਰੋਜ਼ ਮਰੇ, ਆਖੋ ਸਤਨਾਮ। ਕਈ ਤੇ ਸੁੱਖਣਾ ਸੁੱਖਦੇ ਸੱਚ। ਮਹਾਰਾਜ ਕਹਿੰਦੇ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ, ਹਮ ਪੀਵਈਆਂ ਡੁੰਮਣੀ ਰੋਵਾਂ ਚੀਣੀ ਬਾਣ। ਉਹਨੂੰ ਰੋਣਾ ਕਹਿੰਦੇ ਆ ਜਿਨ੍ਹਾਂ ਦਾ ਆਪਣਾ ਹੋਵੇ ਨਾ ਅੰਦਰ। ਲੋਕੀ ਤੇ ਕਰਦੇ ਪਖੰਡ, ਝੜਦੀ ਝੱਟ ਮੁੜ ਕੇ ਦਾਲ ਪਾਣੀ ਖਾ ਕੇ ਤੇ ਗੱਪਾਂ ਵੜਦੇ। ਜਿਹਦੀਆਂ ਅੰਦਰਾਂ ਨੂੰ ਲੱਗੀ ਹੁੰਦੀ ਉਹ ਫਿਰ ਏਦਾਂ ਬੈਠਾ ਹੁੰਦਾ। ਨਹੀਂ ਤੇ ਉਹ ਜਿਹੜਾ ਕਲਾਕਾਰ, ਉਹਦਾ ਮਾਂ ਪਿਓ ਵੇਖਿਆ ਤੁਸੀਂ? ਬਾਹਰੋਂ ਉਹ ਥਾਪੀਆਂ ਮਾਰਦਾ ਸੀ ਨਾ, ਪਰ ਉਹਦੇ ਅੰਦਰ ਨੂੰ ਪੁੱਛੇ ਕੋਈ ਜਾ ਕੇ, ਉਹਦਾ ਅੰਦਰ ਕੀ ਅੰਦਰ ਲੀਰਾਂ ਸੀ। ਤੇ ਉਹ ਦੁਨੀਆ ਸਾਹਮਣੇ ਨਹੀਂ ਸੀ ਰੋ ਰਿਹਾ, ਕਹਿ ਰਿਹਾ ਸੀ ਚੜ੍ਹਦੀ ਕਲਾ। ਪਰ ਗੁਰਬਾਣੀ ਕਹਿੰਦੀ ਜਦੋਂ ਕਿਸੇ ਨੂੰ ਅੰਦਰੋਂ ਆਪਾਂ ਚਾਹਿਆ ਹੋਵੇ ਨਾ, ਉਦੋਂ ਮੂੰਹ ਵੀ ਬੰਦ ਹੁੰਦਾ ਤੇ ਅੱਖਾਂ 'ਚ ਜਲ ਨਹੀਂ ਹੁੰਦਾ, ਅੰਦਰ ਰੋ ਰਿਹਾ ਹੁੰਦਾ। ਉਹਨੂੰ ਕਹਿੰਦੇ ਰੋਵਾਂ ਝੀਣੀ ਬਾਣ। ਜਦੋਂ ਵਾਹਿਗੁਰੂ ਬਾਬੇ ਬੁੱਢੇ ਦਾ ਸੰਸਕਾਰ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਵਿਰਾਗ ਕਰਦੇ ਰਹੇ। ਕਹਿੰਦੇ ਸਾਨੂੰ ਇਹਨਾਂ ਪਾਲਿਆ ਪੜ੍ਹਾਇਆ ਜਵਾਨ ਕੀਤਾ, ਇਸ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਬਰਦਾਨੇ ਨੂੰ ਗੋਦੀ 'ਚ ਲੈ ਕੇ ਸ਼ਬਦ ਗਾ ਰਹੇ ਆ। ਕਹਿੰਦੇ ਹਮ ਪੀਵਈਆਂ ਡੁੰਮਣੀ, ਵੀ ਇਹ ਸਾਰਿਆਂ ਦਾ ਵਿਛੋੜਾ ਜਿਹੜਾ ਪੈਣਾ ਏ ਤੇ ਦੁਚਿੱਤੀ ਵਿੱਚ ਉਧਰ ਨੂੰ ਹੀ ਚੱਲ ਪਵਾਂਗੀ। ਭਾਵ ਸਾਰਿਆਂ ਨੂੰ ਯਾਦ ਆਉਂਦੀ ਹੈ। ਕੀ ਨਾ ਸੋਨੇਹੀ ਗੋਰੀਐ ਆਪਨ ਕੰਨੀ ਸੋਏ। ਕਹਿੰਦੇ ਕੀ ਨਾ ਸਨੇਹੀ ਗੋਰੀਏ। ਗੋਰੀਏ ਸ਼ਬਦ ਦਾ ਅਰਥ ਹੈ ਸੁੰਦਰ ਜੀਵ ਇਸਤਰੀ, ਭਾਵੇਂ ਬੀਬੀ ਹੋਏ ਤੇ ਬੰਦਾ। ਮਹਾਰਾਜ ਕਹਿੰਦੇ ਤੂੰ ਕਿਉਂ ਨਹੀਂ ਰੱਬ ਦੀ ਗੱਲ ਸੁਣ? ਅਭੋਗ ਤੇ ਵੀ ਜਾ ਕੇ ਕਥਾ ਕੀਰਤਨ ਥੋੜਾ ਲੋਕੀ ਸੁਣਦੇ ਆ। ਉਹ ਤੇ ਮਾਰੀ ਦੀਆਂ ਬੈਠੇ ਹੁੰਦੇ ਰਿਸ਼ਤੇਦਾਰੀ ਆ, ਨਹੀਂ ਤੇ ਕਿਹਦਾ ਜੀ ਕਰਦਾ। ਉਹ ਤੇ ਫਸੇ ਹੁੰਦੇ, ਨਾਲੇ ਕਹਿਣਗੇ ਬਾਬਾ ਹਟਦਾ ਹੀ ਨਹੀਂ, ਇੱਕ ਸ਼ਬਦ ਹੋਰ ਲਾ ਲਿਆ, ਉੱਠ ਕੇ ਚੱਲ ਗਏ ਬਾਹਰ। ਤੇ ਮਾਰੇ ਕਹਿੰਦੇ ਕੀ ਨਾ ਸੁਨੇਹੀ ਗੋਰੀਏ ਆਪਣੇ ਵੱਡੇ ਭਾਗ ਜੇ। ਤੇ ਇੱਕ ਗੱਲ ਹੋਰ ਸੁਣ ਲਿਓ, ਆਪਾਂ ਜਦੋਂ ਮਰਨਾ ਨਾ, ਮੈਂ ਵੀ ਤੁਸੀਂ, ਆਪਣੇ ਭੋਗ ਤੇ ਹੋ ਸਕਦਾ ਇਹ ਸ਼ਬਦ ਰਾਗੀ ਲਾਉਣ, ਪਰ ਆਪਾਂ ਨਹੀਂ ਸੁਣਨਾ। ਅੱਜ ਵੇਖੋ ਆਪਣੇ ਕਿੱਡੇ ਭਾਗ ਆ ਵੀ ਆਪਾਂ ਸਾਰਿਆਂ ਜਿਉਂਦੇ ਜੀ ਗੁਰੂ ਦੇ ਘਰ ਬਹਿ ਕੇ ਇਹ ਸ਼ਬਦ ਵੀ ਸੁਣਿਆ ਤੇ ਇਹਦੇ ਅਰਥ ਵੀ ਸੁਣ ਲਏ। ਆਪਣੀ ਤੇ ਜੈ ਜੈਕਾਰ ਹੋ ਗਈ। ਅੱਜ ਬਾਅਦ 'ਚ ਕਿੰਨੇ ਵੇਖਣਾ ਕੌਣ ਆਇਆ ਤੇ ਕੀ ਹੋਇਆ। ਅੱਜ ਮਹਾਰਾਜ ਨੇ ਆਪਾਂ ਨੂੰ ਇਹ ਸ਼ਬਦ ਦਿੱਤਾ, ਜੇ ਤੁਸੀਂ ਬਾਦਸ਼ਾਹ ਬਣ ਗਏ ਜਿੰਨੇ। ਪਹਿਲਾਂ ਤੇ ਮੇਰਾ ਵੀ ਮਨ ਸੀ, ਮੈਂ ਸਿਹਤ ਥੋੜ੍ਹੀ ਜਿਹੀ ਜਾਣਾ ਸੀ ਅੱਜ ਬਾਹਰ ਵੀ, ਤੇ ਮੈਂ ਕਿਹਾ ਕਿਸੇ ਹੋਰ ਨੂੰ ਕਹਿੰਦੇ। ਫਿਰ ਮਨ 'ਚ ਆਇਆ ਵੀ ਨਹੀਂ ਅੱਜ ਆਪ ਹੀ ਜਾਣਾ ਕਥਾ, ਫਿਰ ਕੀ ਦਿਨੇ ਵੀ ਜਾਣਾ ਪੈਣਾ, ਤੜਕੇ ਦਾ ਸਿਰ ਦੁਖਦਾ। ਤੋ ਫਿਰ ਮਨ 'ਚ ਆਇਆ ਵੀ ਇਹ ਸ਼ਬਦ ਬੜਾ ਕੀਮਤੀ ਜਿਹਦੇ ਅੱਜ ਅਰਥ ਹੋਣੇ ਆ ਤੇ ਇਹ ਕਰਨੇ ਆ। ਤੇ ਅੱਜ ਆਪਾਂ ਜਿਉਂਦੇ ਜੀ ਇਹ ਲਾਹਾ ਲੈ ਲਿਆ ਜੀ ਭਾਈ। ਤੇ ਮਹਾਰਾਜ ਕਹਿੰਦੇ ਗੋਰੀਏ ਇਹ ਜੀਵ ਇਸਤਰੀਏ ਆਪਣੇ ਫੈਸ਼ਨ 'ਚ ਲੱਗੀ, ਕਿਤੇ ਸੁਣ ਲਾ ਰੱਬ ਦੀ ਗੱਲ। ਲੱਗੀ ਆਵਹਿ ਸਹੁਰੇ ਨਿਤ ਨਾ ਪੀਆ ਹੋਏ। ਪੀਆ ਨਹੀਂ ਕਹਿਣਾ ਬੇਟਾ, ਪੇਈਆ। ਪੇਈਆ ਕਹਿੰਦੇ ਪੇਕੇ ਨੂੰ। ਕਹਿੰਦੇ ਪੇਕਾ ਘਰ ਕਿਸੇ ਦਾ ਵਸੇਬਾ ਨਹੀਂ। ਜਿੰਨੀਆਂ ਵੀ ਧੀਆਂ ਜੰਮੀਆਂ ਇਹਨਾਂ ਨੇ ਇੱਕ ਦਿਨ ਆਪਣੇ ਸਹੁਰੇ, ਆਪਣੀਆਂ ਹੋਰ ਕਿਤੇ ਗਈਆਂ, ਉਹਨਾਂ ਦੀਆਂ ਆਪਣੇ ਘਰ ਆ ਗਈਆਂ ਨਾ। ਇਹ ਉਦਾਹਰਨ ਦਿੱਤੀ ਹੈ ਵੀ ਜਿਹੜੀ ਧੀ ਹੈ ਉਹਨੇ ਇੱਕ ਦਿਨ ਆਪਣੇ, ਬੋਲੋ, ਸਹੁਰੇ ਘਰ ਜਾਣਾ ਵਾ ਪੇਕੇ ਤੋਂ। ਆ ਪੇਕਾ ਘਰ ਆ ਦੁਨੀਆ, ਤੇ ਸਹੁਰੇ ਘਰ ਦੀ ਉਹ ਬਾਰ-ਬਾਰ ਨੂੰ ਜਾਣੀ ਫਲੈਟ, ਉੱਥੋਂ ਉੱਡਣੀ ਉਹ ਅਗਲਾ ਘਰ। ਇੱਥੇ ਉਦਾਹਰਨ ਦਿੱਤੀ ਦੁਨਿਆਵੀ ਵੀ ਜਿਹੜੀ ਧੀ ਜੰਮੀ ਉਹਨੇ ਇੱਕ ਦਿਨ ਡੋਲੀ ਚੜ੍ਹਨਾ ਹੈ, ਤੇ ਜਿਹੜਾ ਜੀਵ ਜੰਮਿਆ ਉਹਨੇ ਇੱਕ ਦਿਨ ਮਰਨਾ ਹੈ। ਬਸ ਬਾਰੇ ਕਹਿੰਦੇ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ। ਕਹਿੰਦੇ ਪੇਕਿਆਂ 'ਚ ਨਹੀਂ ਸਰਨਾ। ਆਪਾਂ ਆਮ ਹੀ ਕਹਿ ਦੇਣਾ ਕਈ ਭੈਣਾਂ ਦੁਖੀ ਹੁੰਦੀਆਂ ਘਰੇ, ਉਹ ਰੋਂਦੀਆਂ ਤੇ ਫਿਰ ਬਾਪੂ ਬਾਬੇ ਕਹਿੰਦੇ ਪੁੱਤ ਹੁਣ ਤੇ ਜਾਣਾ ਹੀ ਪੈਣਾ।
ਔਖੀ ਹੋ ਸੌਖੀ ਹੋ, ਰੋ ਕੇ ਕੱਟ, ਧੋ ਕੇ ਕੱਟ, ਤੈਨੂੰ ਕੱਟਣੀ ਪੈਣੀ, ਜਾ ਲੱਗੀ ਜਾ, ਹੁਣ ਉੱਥੇ ਗੁਜ਼ਾਰਾ। ਮਾਰੇ ਕਹਿੰਦੇ ਲੱਗੀ ਆਵੇ ਸਹੁਰੇ, ਜਿੱਥੇ ਮਰਜੀ ਲੁਕ ਜੋ, ਜੋ ਮਰਜੀ ਕਰ ਲੋ, ਜਾਣਾ ਪਵੇਗਾ। ਨਾਨਕ ਸੁੱਤੀ ਪੀਏ ਜਾਨ ਵਿਰਤੀ ਸੰਨ। ਤੁਮਾਰੇ ਕਹਿੰਦੇ ਹਨ ਜਿਹੜੀ ਜੀਵ ਇਸਤਰੀ ਪੇਕੇ ਘਰ ਜਾ ਕੇ ਗਫਲਤ ਦੀ ਨੀਂਦ ਸੁੱਤੀ ਆ, ਤੇ ਉਸ ਦੇ ਗੁਣਾਂ ਨੂੰ ਦਿਨ ਦਿਹਾੜੇ ਸੰਨ ਲੱਗੀ ਹੋਈ ਹੈ। ਭਾਵ ਇਹਦੇ ਅਰਥ ਹੈ ਵੀ ਜਿਹੜੇ ਲੋਕਾਂ ਨੇ ਦੁਨੀਆ ਤੇ ਇੰਨਾ ਕੁ ਕਾਰੋਬਾਰ ਕੀਤਾ ਤੇ ਸੋਚਿਆ ਜਾਣਾ ਹੀ ਨਹੀਂ। ਟੈਲ ਲਵਾਉਂਦੇ ਆ ਘਰ 'ਚ, ਮਿਸਤਰੀ ਨੂੰ ਕਹਿੰਦਾ ਕਿੰਨੇ ਸਾਲ ਦੀ ਗਰੰਟੀ ਆ, ਕਹਿੰਦਾ 20 ਸਾਲ ਨਹੀਂ ਜਾਂਦੀ। ਵਾਇਰਿੰਗ ਕਰਾਉਣ ਲੱਗਾ, ਉਹਨੂੰ ਕਹਿੰਦਾ ਪਾਈਪਾਂ ਦੀ ਕਿੰਨੀ ਗਰੰਟੀ, ਉਹ ਕਹਿੰਦਾ 20 ਸਾਲ। ਤਾਰ ਪਵਾਉਣ ਲੱਗਾ, ਕਹਿੰਦਾ ਕਿੰਨੀ ਗਰੰਟੀ, ਕਹਿੰਦੇ 40 ਸਾਲ। ਟੂਟੀ ਲਵਾਉਣ ਲੱਗਾ, ਕਿੰਨੀ ਗਰੰਟੀ, ਕਹਿੰਦੇ 15 ਸਾਲ। ਲਾਗੇ ਰੱਬ ਦਾ ਪਿਆਰਾ ਸੀ, ਬਾਂਹ ਫੜ ਕੇ ਕਹਿੰਦਾ ਸਾਰੀਆਂ ਚੀਜ਼ਾਂ ਦੀ ਗਰੰਟੀ ਮਿਲ ਜੂ, ਤੇਰੀ ਗਰੰਟੀ ਕੌਣ ਦਊ? ਸੱਚ ਹੈ, ਆਪਾਂ ਹਰ ਇੱਕ ਚੀਜ਼ ਗਰੰਟੀ ਦੀ ਲੈਨੇ, ਪਰ ਆਪਣਾ ਤੇ ਘੜੀ ਦਾ ਪਤਾ ਨਹੀਂ ਕਿ ਉੱਥੇ ਜਾਂਦੇ ਬ੍ਰੇਕਾਂ ਲੱਗ ਜਾਣੀਆਂ ਹੀ। ਤੋ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਗਫਲਤ ਦੀ ਨੀਂਦ ਨਾ ਸੌਂ। ਤੇ ਦੁਨੀਆ ਕਰਦੀ ਇਦਾਂ ਹੀ, ਇਦਾਂ ਤਿਆਰੀ ਕਰਨ ਦੀ ਦੁਨੀਆ 'ਚ ਜਿਵੇਂ ਪੱਕੇ ਰਹਿਣਾ। ਤੇ ਔਖੇ ਵੀ ਤਾਈਓ ਹੋਏ ਆਪਾਂ। 70 ਲੱਖ ਦੇ ਲੋਨ ਚੁੱਕ ਕੇ ਘਰ ਪਾਲੇ, ਕਰਜ਼ੇ ਚੁੱਕ ਕੇ ਥੱਲੇ ਆ ਗਏ ਆ। ਵੇਖੋ ਵੇਖੀ ਤੇ ਬਾਬਾ ਆਨੰਦ ਸਿੰਘ ਵਾਂਗੂ ਚੁੱਪ ਕਰਕੇ, ਜਦੋਂ ਪਤਾ ਹੀ ਆ ਵੀ ਆਪਾਂ ਇੱਥੇ ਰਹਿਣਾ ਨਹੀਂ, ਤੇ ਜੱਬ ਕਿਉਂ ਪਾਏ? ਇੰਨੇ ਕਾਹਤੋਂ ਜੱਬ ਪਾਲੇ? ਚਲੋ ਜਿਹਦੇ ਕੋਲ ਤਾਂ ਪੈਸਾ ਮਾਫ ਕਰੇ ਉਹਨੂੰ ਨਹੀਂ, ਉਹ ਤਾਂ ਉਹਨੇ ਵਿਚਾਰੇ ਨੇ ਕਿਤੇ ਲਾਉਣਾ ਹੀ ਆ। ਜਿਹਦੇ ਕੋਲ ਹੁਣ 1.5-2 ਕਰੋੜ ਆ, ਤੇ ਉਹਨੇ ਹੁਣ ਰੱਖ ਥੋੜ੍ਹਾ ਛੱਡਣਾ। ਉਹਨੂੰ ਤੇ ਮੁਬਾਰਕ ਆ ਵੀ ਉਹਨੇ ਮਿਹਨਤ ਕੀਤੀ ਆਪਦੀ ਤੇ ਉਹ ਬਣਾ ਲਈ। ਤੇ ਜਿਹੜਾ ਮੇਰੇ ਵਰਗਾ ਵੇਖ ਕੇ ਵੀ 7000 ਮਹੀਨੇ ਦੀ ਤਨਖਾਹ ਵਾ ਤੇ 70 ਲੱਖ ਦਾ ਲੋਨ ਲੈਂਦੇ ਆ, ਤੇ ਫਿਰ ਮਰੂਗਾ ਹੀ। ਇਹ ਸੱਚਾਈ ਹੈ। ਸਾਡੇ ਬਾਬੇ ਨੇ ਕਿਹਾ ਸੀ ਤੂੰ ਪ੍ਰਾਹੁਣਾ ਏ, ਤੇ ਜਦੋਂ ਆਪਾਂ ਕਿਤੇ ਯਾਤਰਾ ਤੇ ਗਏ ਤੇ ਆਖੀਦਾ ਬਸ ਮੰਜੇ ਜੋਗੀ ਜਗ੍ਹਾ ਵੇਖੋ, ਆਪਾਂ ਰਾਤ ਕੱਟ ਕੇ ਸਵੇਰੇ ਨਿਕਲ ਜਾਣਾ। ਤੇ ਬਾਣੀ ਕਹਿੰਦੀ ਤੈਨੂੰ ਵਾਰ-ਵਾਰ ਗੁਰੂ ਸਮਝਾਉਂਦਾ ਵੀ ਤੂੰ ਇੱਥੇ 4 ਦਿਨ ਆਇਆ, ਤੇ ਤੂੰ ਜਾ ਬਈਨੇ ਪਾ ਕੇ, ਨਾ ਤੇਰੀ ਹੁਣ ਰਾਤ ਲੰਘਦੀ ਨਾ ਦਿਨ। ਪੰਗੇ ਤੂੰ ਜ਼ਿਆਦੇ ਲੈ ਲਏ, ਹੁਣ ਸੋਚਾਂ 'ਚ ਪਿਆ ਵਾ, ਟੈਨਸ਼ਨ ਲਈ ਜਾਂਦਾ ਵਾ, ਬਿਮਾਰੀ ਲੱਗ ਜਾਣੀ ਆ। ਤੇ ਕੀ ਖੱਟਿਆ ਹੁਣ? ਪਹਿਲੇ ਸਹੀ ਸੀ ਨਾ, ਕੱਖਾਂ ਦਾ ਉਹ 4 ਗਰਨੇ ਕਾਹ ਦੇ ਵੱਢਣੇ ਤੇ ਝੁੱਗੀ ਬਣਾ ਲੈਣੀ ਸਾਰੇ ਟੱਬਰ ਨੇ। ਉਹ ਬਾਣੀ 'ਚ ਵੀ ਲਿਖਿਆ ਇੱਕ ਰਿਖੀ ਦਾ, ਕਹਿੰਦੇ ਗਹਿਰੀ ਕਰਕੇ ਨੀਵ ਖਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਦ ਕਾਈ, ਜਿਨ ਤ੍ਰਿੰਦਰ ਮੂੰਡ ਬੁਲਾਏ। ਮਾਰ ਕੰਡਾ ਇੱਕ ਰਿਸ਼ੀ ਹੋਇਆ, ਕਹਿੰਦੇ ਦੀ ਉਮਰ 400-500 ਵਰਾ ਸੀ, ਤੇ ਇੱਕ ਕੱਖਾਂ ਦੀ ਕੁੱਲੀ ਜੀ ਕੱਢ ਗਿਆ। ਆਪਣੀ ਤੇ ਹੈ ਹੀ 60-70 ਆ ਸੋਹਣਿਓ, ਅੱਧੀ ਤੇ ਵਿੱਚੋਂ ਗਈ, ਤੇ ਘੜੀ ਦਾ ਪਤਾ ਨਹੀਂ। ਇਸ ਕਰਕੇ ਹੱਸ ਲਿਆ ਕਰੋ, ਸੇਵਾ ਕਰ ਲਿਆ ਕਰੋ, ਕਿਤੇ ਸੁੱਖ ਮਿਲ ਜਾਵੇਗਾ। ਗੁਣਾ ਗਵਾਈ ਗਠੜੀ, ਅਵਗਣ ਚੱਲੀ ਭੰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣਾਂ ਦੀ ਗੰਠੜੀ ਗਵਾਚ ਗਈ ਤੇ ਅਵਗਣ ਚੱਲੀ ਬੰਨ। ਕਹਿੰਦੇ ਮਾੜਿਆਂ ਕਰਮਾਂ ਦੀ ਪੰਡ ਬੰਨ ਕੇ ਤੁਰ ਪਿਆ ਬੰਦਾ। ਵੇਖੋ ਬੰਦਾ 9 ਜਣਿਆਂ ਦੇ ਧੰਨ ਮੇਰੇ ਪਾਤਸ਼ਾਹ ਮਿਹਰ ਕਰਨੇ। ਸ਼ਬਦ ਦੀ ਵਿਚਾਰ ਕਰਦੇ ਆ ਬੱਚੇ ਆ, ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਆਪਾਂ ਕਰਮਾਂ ਵਾਲੇ। ਆਪਣੇ ਮਗਰੋਂ ਕੋਈ ਕਰਾਵੇ ਨਾ ਕਰਾਵੇ, ਤੇ ਅੱਜ ਆਪਾਂ ਦਰਸ਼ਨ ਕਰ ਲਏ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ। ਆਓ ਸਾਰੇ ਬੇਨਤੀ ਕਰੀਏ, ਸਾਰੇ ਜਣੇ ਕਿਰਪਾ ਕਰਿਓ। ਅਬ ਕੀ ਬਾਰ ਬਖਸ਼ ਬੰਦੇ ਕੋ, ਅਬ ਕੀ ਬਾਰ ਬਖਸ਼ ਬੰਦੇ ਕੋ। ਹੌਲੀ ਜੀ ਬੋਲਦੇ ਨਾ, ਮੈਂ 60 ਮਿੰਟ ਜ਼ੋਰ ਲਾ ਲਿਆ ਸਿਰ ਤੇ, ਤੁਸੀਂ 2 ਮਿੰਟ ਨਾ ਬੋਲਿਓ ਕਿਤੇ। ਹੈ ਉੱਚੀ ਬੋਲੋ, ਤੁਸੀਂ ਤੇ ਆਪਣੇ ਆ। ਹੁਣ ਕਿਤੇ ਬਾਹਰ ਭੋਗ ਤੇ ਜਾਈਏ, ਉੱਥੇ ਡਰ ਲੱਗਦਾ ਐਵੇਂ ਕੋਈ ਆ ਕੇ ਗੱਲ ਪੈ ਜੂਗਾ। ਉੱਚੀ ਬੋਲਿਆ ਕਰੋ। ਅਬ ਕੀ ਵਾਰ ਬਖਸ਼ ਬੰਦੇ ਕੋ, ਅਬ ਕੀ ਬਾਰ ਬਖਸ਼ ਬੰਦੇ ਕੋ, ਅਬ ਕੀ ਬਾਰ ਬਖਸ਼ ਬੰਦੇ ਕੋ, ਅਬ ਕੀ ਬਾਰ
ਬਖਸ਼ ਬੰਦੇ ਕੋ। ਬਾਹਰ ਨਾ ਪਵ ਜਲ ਫੇਰਾ, ਬਾਹਰ ਨਾ ਪਵ ਜਲ ਫੇਰਾ, ਬਾਹਰ ਨਾ ਪਵ ਜਲ ਫੇਰਾ, ਬਾਹਰ ਨਾ ਪਵ ਜਲ ਫੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ, 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 ਬਖਸ਼ ਬੰਦੇ ਕੋ, ਬਖਸ਼ ਬੰਦੇ ਕੋ, ਬਖਸ਼ ਬੰਦੇ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਯੂ ਪਿੰਡ सगल समगरी तुमरे, तुम ते होए सो, तुमरी गत नित तुम ही जाने, नानक दास सदा त्यागे अरदास हमारी। जियो पिंड सब कहो नानक सब तिरवड़ियाई, कोई नाम न जाने मेरा वाहिगुरु। वाहिगुरु 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 जी। गुरु गरीब नवाज अरदास एक ओंकार श्री वाहिगुरु जी की फतेह। श्री भगवती जी सहाय वार श्री भगवती जी की पातशाही दसवें प्रथम भगवती सिमरत है गुरु नानक लई ध्याए। फिर अंगद गुर ते अमरदास रामदास हुई सहाय, अर्जन हरगोबिंद नाम सिमरो श्री हराए। श्री हर कृष्ण ध्याइए जिस जिठे सब दुख जाए, तेग बहादुर सिमरिया कर नाम हृदय बसाए। सब थाई होए जी सहाय दसवें पातशाह श्री गुरु गोबिंद सिंह साहिब जी महाराज। सब थाई होए जी सहाय दसां पातशाहियां की जोत, श्री गुरु ग्रंथ साहिब के पाठ दीदार दर्शन उपदेश का ध्यान करके खालसा जी बोलना जी। पंजा प्यारियां चौहां साहब जादियां 40 मुक्तियां अठियां जपियां तपियां जिन्हां तेरा नाम जपिया, वंड के छकिया देख तलाई तेग वाही देख के अमृत कीता। तिन्हां प्यारियां सत्यारियां दी पवित्र कमाई का ध्यान करके खालसा जी बोलना जी। जिन्हां सिंघां सिंघणियां ने धर्म खेत सी दिते, बंद बंद कटाते खोपड़ियां लुहातियां चटकियां ते चढ़ के तां नारियां ने चढ़ाई के गुरद्वारे की सेवा दी कुर्बानियां कीतियां, धर्म ने हारिया सिੱਖੀ के साथ स्वासा संग निभाई। तिन्हां प्यारियां सत्यारियां तिन्हां शहीदां मरीदां दी पवित्र कमाई का ध्यान करके खालसा जी बोलना जी। वाहिगुरु पंजां तख्तां सरबत गुरद्वारे का ध्यान करके खालसा जी बोलना जी। वाहिगुरु प्रथम सरबत खालसा जी की अरदास है जी। सरबत खालसा जी को वाहिगुरु वाहिगुरु वाहिगुरु। चेते आवे चेते आवन का सदका सर्व सुख होवे, जहाँ जहाँ खालसा साहब जी महाराज कहाँ कहाँ रछिया रे आए। देख देख फतेह बिरत की पैज पंथ की जीत, श्री साहिब जी होए जी सहाय। खालसे जी के बोल पाले बोलना जी। वाहिगुरु बख्शो महाराज सिखां नूं सिੱਖੀ दान, केस दान रहत दान विवेक दान विसाह दान भरोसा दान, दाना के सिरदान नाम दान। श्री अमृतसर साहिब जी के दर्शन इशनान चौकियां चंडे पुंगे, जुगो जोगे अटल धर्म का जयकार बोलना जी। वाहिगुरु सिखां दा मन नीवां मत उच्ची मत पद के राखे आप अकाल पुरख वाहिगुरु जीओ। हे अकाल पुरख वाहिगुरु जीओ अपने पंथ दे सदा सहाई दा तार जीओ। श्री ननकाना साहिब ते होर गुरुद्वारियां गुरधामां दे जिन्हां तों पंथ नूं विछोड़िया गया, खुले दर्शन दीदार ते सेवा संभाल दा दान।
प्यारे खालसा जी को बख्शो। हे निमाणिया दे मान सतगुरु ने, तानिया दे तान सतगुरु ने, ओटियां दी ओट सतगुरु ने, आसरियां दे आसरे सतगुरु, धन धन सतगुरु। शहीदां दे सरताज पंचम गुरुदेव शांति दे पुंज गुरु अर्जन साहिब जी महाराज, सच्चे पिता वाहिगुरू जीओ। आप जी के पावन पवित्र स्थान गुरुद्वारा श्री पौड़ी साहिब जी विखे तख्ता पर सुभायमान गद्दी दे विराजमान जाग रही जोत निरंजनी जोत गुरु ग्रंथ साहिब जी महाराज, सच्चे पिता वाहिगुरू जीओ। आप जी के हजूर, आप जी के चरण कमला पास अरदास बेनती जोड़नी है महाराज। आप जी ने बेअंत महराम की कृपा की है महाराज। चार पैर की रहन सुखाना पीर करवाई, अमृत वेले के जागने बख्शने दिते हैं। आप जी का कोटन कोट धन्यवाद शुकराना करते हैं महाराज। अमृत वेले सुंदर सोहने दीवान सजाए गए, सजे हुए दीवाना अंदर नितनेम बाणियां हुई उपरंत आशा की वार लड़ीवार कथा इतिहास दियां विचारा हुई महाराज। समय दौरान आप जी की पावन पवित्र हजूरी अंदर विचरदियां बाणी जस गाउंदियां टहल सेवा कमाउंदियां होईयां बेअंत बेअंत भुलां चुकां खरवाद घाट भुल चुक माफ कर देनी। कलजीव जीव हाँ बच्चे हाँ भुलन हार आप जी बख्शिंद पिताओ, बख्श लेना बख्श लेना बख्श लेना महाराज। आप जी ने कृपा महराम से करनी, बड़ी सुनी बाणी दर प्रवान करनी। बाणी का पावदार रही संगतां दी हड्डियां ते सोना, समूह संगतां दीयां हाजियां तिल फुल भेटावां दर प्रवान करनियां। चलिया होया कदम कदम सफला करना, दर्शन इशनान सफले करने, लेखे विच लाने, कारोबार विच तरक्कियां, देह रोगता तंदुरुस्तियां, नाम की दात गुरसिੱਖੀ जीवन जीवन विच नितनेम के प्रकाश, हर मैदान हर दीवान फतेह, चढ़दी कला फतेह बख्शनी। देसां विदेसां विच बच्चों के सिर ते मेहर भरिया हथ रखना, तत्तियां हवावां तो बचाउणा महाराज। कृपा महराम ते करनी, नगर खेड़े का भला करना, गऊ गरीब की रख्या करनी। किरत कमाइयां विच समुचियां संगतां दे वादे करने महाराज। आप जी दियां बख्शियां भंडारियां खजानियां विचों पंचम कड़ाह प्रसाद की देग सजा करके हाजिर की है। दर प्रवान होवे प्रवान होया प्रसाद, समूह संगत विच वरताउण दी आग्या बख्शो। जो जी छके सो सतनाम वाहिगुरू सतनाम वाहिगुरू जपे महाराज। आप जी दर ते जो जी आवे सो राजी जावे, झोलियां भर के जावे, खुशियां लैके जावे। सिख पढ़ते सुनते सरबत लाहेवंद होवन, नाम चेते आवे गुरु नानक नाम, चढ़दी कला तेरे भाने सरबत। वाहिगुरू जी का खालसा वाहिगुरू जी की फतेह। दोहरा आज्ञा पई अकाल की, सब सिखन को हुक्म है, गुरु ग्रंथ जी मान्यो। जो प्रभ को मिल बोच है, राज करेगा खालसा, आकी रहे न कोई। वार कोई सौ मिलेगे, बचे शरण जो होए। वाहिगुरु नाम जहाज है, करे सो तरे पार। जो शरदा कर सेव दे वाहिगुरु, जो शरदा कर सेव दे वाहिगुरू। बोले सो निहाल। वाहिगुरू जी का खालसा। नानक ने न सुनिया देखिया, से फिर करवास न करियारे। वाहिगुरू जी भला भजवा, हर बिसरत सदा तुम्हारी। ताको धोखा कहाँ व्यापै, जाको तुहारी। हर बिसरत सदा तुम्हारी, ताको धोखा कहाँ व्यापै, जाको तुहारी।
सर्प जैसे अरजारी नव खंडन को राज कमावे अंत जले गुहारी गुण निधान गुण तिन्हीं गाए को कृपा धारी सो सुखिया धन्य उस जन्मा नानक तिस बलिहारी गुण निधान गुण तिन्हीं गाए जाको कृपा धारी सो सुखिया धन्य उस जन्मा नानक तिस